तेरा गुरु मैं जे ही कण चेरी राम। तू सागुरु रत्नागुरु हऊँ सार न जाना तेरी राम। सार न जाना तू वडदाना कर मेहरमत साईं। कृपा कीजै सा मत दीजै आठ पहर तुध ध्याए। तुमरी शरण तुम्हारी आसा तुम ही सज्जन सुहेले। राखो हो राखनहार दयाला नानक घर के गोले। सुकहो टल गुर सेवियै अहनिस सहज सुपाए। दर्शन परसे गुरु कै जन्म मरण दुख जाय। होवै सिवत खसामंदी नूर अरसों कुरसों चटियै। तुध डिठै सच्चे पातशाह मल जन्म जन्म दी कट्टी है। सज्जन सच्चा पातशाह सिर साहां दे शाह। जिस पास बैठिया सोही है सबना दा वेसाह। वाहिगुरु जी पैरों महला पंजवा। सब ते ऊंचा जाका नाऊं सदा सदा ताके गुण गाऊं। सब ते ऊंचा जाका नाऊं सदा सदा ताके गुण गाऊं। जिस सिमरत सगला दुख जाए सर्व सुख वसह मन आए। सिमर मना तू साचा सोए हलत पलत तुमरी गत होय। रहाओ पुरख निरंजन सिरजनहार जी जंत देवै आहार। कोट खते किन बख्शनहार भगत पाए सदा निस्तार। साचा धन साची वडियाई गुरपूरे ते निश्चल मत पाई। कर कृपा जिस राखनहारा तांका सगल मिटै अंधियारा। पार ब्रह्म स्यों लागो ध्यान पूरन पूर रहो निर्वाण। भ्रम पौ मेट मिले गोपाल नानक कौ गुर भय दयाल। पार ब्रह्म स्यों लागो ध्यान पूरन पूर रहो निर्वाण। भ्रम पौ मेट मिले गोपाल नानक कौ गुर भय दयाल। वाहिगुरु जी का खालसा वाहिगुरु जी की फतेह। गरीब नवाज सतगुरु जी सर्व सुखां दे दाते जुगो जुग अटल बाणी दे बोहित ब्रह्म ज्ञान दे सागर
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰਬਾਣੀ ਕੀਰਤਨ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਗੋਦ ਵਿੱਚ ਬੈਠਣ ਦਾ ਇਹ ਸੁਭਾਗ ਪ੍ਰਾਪਤ ਹੋਇਆ ਹੈ, ਜਿੱਥੇ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਰਾਹੀਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਵਿੱਚ ਜੋੜਿਆ ਹੈ। ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸੁਣਦੇ ਹੋ, ਉਸ ਦੇ ਨਾਲ ਸੰਬੰਧਿਤ ਧੰਨ ਗੁਰੂ ਅਰਜਨ ਦੇਵ ਜੀ ਦੇ ਇਹ ਪਾਵਨ ਅਮੋਲ ਬਚਨ ਭੈਰੋਂ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਪਰਮਾਤਮਾ ਨੇ ਜਿੱਥੇ ਇਹ 84 ਲੱਖ ਜੂਨਾਂ ਚੋਂ ਮਨੁੱਖਾ ਦੇਹੀ ਦੁਰਲਭ ਬਣਾਈ ਹੈ, ਮਹਾਨ ਬਣਾਈ ਹੈ, ਇਹਦੀ ਮਹਾਨਤਾ ਦਾ ਕਾਰਨ ਕੀ ਹੈ ਜਾਂ ਉਹ ਕੀ ਗੱਲ ਹੈ ਜਿਸ ਕਰਕੇ ਇਹ ਮਹਾਨ ਹੈ। ਜੇ ਤੇ ਗੱਲ ਖਾਣ ਪੀਣ ਦੀ ਹੋਵੇ, ਖਾਣ ਪੀਣ 'ਚ ਕਈ ਜੂਨਾਂ ਦੇ ਹੋਰ ਜੀਵ ਮਨੁੱਖ ਤੋਂ ਅੱਗੇ ਨੇ। ਜਿੰਨੇ ਤਾਜ਼ੇ ਮੇਵੇ ਪੰਛੀ ਖਾ ਜਾਂਦੇ ਨੇ, ਵਧੀਆ ਪੰਛੀ ਖਾ ਜਾਂਦੇ, ਮਨੁੱਖ ਨੂੰ ਉਨੇ ਨਹੀਂ ਮਿਲਦੇ। ਮਨੁੱਖ ਨੂੰ ਤੇ ਕਈ ਦਿਨਾਂ ਬਾਅਦ ਪਹਿਲਾਂ ਮੰਡੀਆਂ 'ਚ ਆਉਂਦੇ ਨੇ, ਜਿਹੜੇ ਬੀਜਦੇ ਨੇ ਉਹ ਪਤਾ ਨਹੀਂ ਕੀ ਕਰਦੇ ਨੇ, ਮੰਡੀਆਂ 'ਚ ਆਉਂਦੇ ਨੇ, ਮੰਡੀਆਂ ਤੋਂ ਗੰਦ ਦੁਕਾਨਾਂ 'ਤੇ ਆਉਂਦੇ ਨੇ, ਫਿਰ ਅਸੀਂ ਫਰਿੱਜਾਂ 'ਚ ਰੱਖਦੇ ਹਾਂ। ਕਈ ਦਵਾਈਆਂ ਅੱਜ ਕੱਲ੍ਹ ਲੱਗਦੀਆਂ ਨੇ, ਲੇਕਿਨ ਪੰਛੀਆਂ ਨੂੰ ਬਹੁਤ ਤਾਜ਼ੇ ਮੇਵੇ ਪ੍ਰਾਪਤ ਹੋ ਜਾਂਦੇ ਨੇ। ਮਨੁੱਖ ਨੂੰ ਇੱਕ ਹੰਕਾਰ ਹੈ ਕਿ ਮੈਂ ਕੱਪੜੇ ਬੜੇ ਕੀਮਤੀ ਪਾਉਣਾ, ਲੇਕਿਨ ਮਨੁੱਖ ਦੇ ਬਣਾਏ ਕੱਪੜੇ ਅੱਜ ਪਾਓ ਤੇ ਦੁਪਹਿਰ ਨੂੰ ਮੈਲੇ ਹੋ ਜਾਂਦੇ ਨੇ, ਬਦਲਣੇ ਪੈਂਦੇ ਨੇ, ਪਾਟ ਵੀ ਜਾਂਦੇ ਨੇ, ਉਹਨਾਂ ਦੇ ਰੰਗ ਵੀ ਖਰਾਬ ਹੋ ਜਾਂਦੇ ਨੇ। ਲੇਕਿਨ ਵਾਹਿਗੁਰੂ ਜੀ ਨੇ ਪੰਛੀਆਂ ਨੂੰ ਇੰਨੀ ਸੋਹਣੀ ਪੁਸ਼ਾਕ ਦਿੱਤੀ ਹੈ, ਉਹ ਕਦੀ ਮੈਲੀ ਨਹੀਂ ਹੁੰਦੀ ਔਰ ਉਹਦਾ ਰੰਗ ਹੀ ਕਦੀ ਜਿਹੜਾ ਹੈ ਉਹ ਖਰਾਬ ਨਹੀਂ ਹੁੰਦਾ, ਉਹ ਨਿਤ ਨਵਾਂ ਹੀ ਰਹਿੰਦਾ। ਰੱਬ ਦਾ ਬਣਾਇਆ ਮੋਰ ਕਿਤੇ ਵੀ ਤੁਸੀਂ ਨੱਚਦਾ ਦੇਖ ਲਓਗੇ, ਕੋਈ ਪੰਛੀ ਦੇਖ ਲਓਗੇ। ਅਸੀਂ ਉਚੇਚੇ ਤੌਰ 'ਤੇ ਚਿੜੀਆ ਘਰਾਂ 'ਚ ਜਾਂਦੇ ਦੇਖਣ ਨੂੰ, ਜੰਗਲਾਂ ਬਾਗਾਂ 'ਚ ਜਾਂਦੇ ਇਹਨਾਂ ਪੰਛੀਆਂ ਨੂੰ ਦੇਖਣ ਨੂੰ। ਕਿੰਨਾ ਸੁੰਦਰ ਬਣਾਇਆ ਪ੍ਰਮਾਤਮਾ ਨੇ। ਕਦੀ ਪੰਛੀਆਂ ਦੇ ਜਗਤ ਨੂੰ ਨਜ਼ਰ ਮਾਰ ਕੇ ਦੇਖੋ, ਇੱਕ ਤੋਂ ਇੱਕ ਸੋਹਣੇ ਪੰਛੀ ਨੇ। ਕਿਸੇ ਵੀ ਪੱਖ ਤੋਂ ਤੁਸੀਂ ਮਨੁੱਖ ਨੂੰ ਦੇਖ ਲਓਗੇ, ਜਿੱਥੋਂ ਤੱਕ ਸਰੀਰ ਦੀ ਗੱਲ ਹੈ, ਸਰੀਰ 5 ਤੱਤਾਂ ਦਾ ਮਨੁੱਖ ਦਾ, 5 ਹੀ ਤੱਤਾਂ ਦਾ ਉਹਨਾਂ ਦਾ। ਮਿੱਟੀ ਤੋਂ ਬਣਿਆ, ਹਵਾ ਤੋਂ ਬਣਿਆ, ਅੱਗ ਤੋਂ ਬਣਿਆ, ਮਨੁੱਖ ਵੀ ਐਵੇਂ ਬਣਿਆ। ਫਿਰ ਮਨੁੱਖ ਦੀ ਕੀ ਵਡਿਆਈ ਹੈ? ਇਹਨੂੰ ਦੁਰਲਭ ਕਿਉਂ ਕਿਹਾ ਗਿਆ? ਮਨੁੱਖ ਦੀ ਵਡਿਆਈ ਇਹ ਹੈ ਕਿ ਮਨੁੱਖ ਨੂੰ ਵਾਹਿਗੁਰੂ ਜੀ ਨੇ ਸਿਮਰਨ ਸ਼ਕਤੀ ਦਿੱਤੀ ਹੈ, ਜਿਹਨੂੰ ਆਪਾਂ ਯਾਦਾਸ਼ਤ ਕਹਿੰਦੇ ਹਾਂ, ਉਹ ਦਿੱਤੀ ਹੋਈ ਹੈ, ਜੋ ਸਾਰਿਆਂ ਤੋਂ ਸ੍ਰੇਸ਼ਟ ਹੈ। ਜੇਕਰ ਮਨੁੱਖ ਕੰਨਾਂ ਨਾਲ ਸੁਣ ਕੇ ਸਮਝ ਕੇ ਆਪਣੀ ਸਿਮਰਨ ਸ਼ਕਤੀ 'ਚ ਇਹ ਚੀਜ਼ ਵਸਾ ਲੇ, ਚੇਤੇ ਰੱਖੇ, ਫਿਰ ਤੇ ਮਨੁੱਖ ਹੈ। ਜਿੰਨਾ ਕੋਈ ਸਿਮਰਨ ਸ਼ਕਤੀ 'ਚ ਗੱਲ ਨੂੰ ਚੇਤੇ ਰੱਖਦਾ, ਉਹਨਾਂ ਮਹਾਨ ਬਣੀ ਜਾਂਦਾ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਲਿਖਿਆ ਬੜਾ ਪਿਆਰਾ, ਮਨੁੱਖ ਦੀ ਦੂਸਰੀਆਂ ਜੂਨਾਂ ਨਾਲੋਂ ਵਿਲੱਖਣਤਾ ਕੀ ਹੈ। ਪਰ ਜੇ ਉਹ ਵਿਲੱਖਣਤਾ ਮਨੁੱਖ ਨੇ ਨਹੀਂ ਸੰਭਾਲੀ, ਫਿਰ ਇਹਦੇ 'ਚ ਤੇ ਉਹਦੇ 'ਚ ਕੋਈ ਫਰਕ ਨਹੀਂ ਹੈ। ਭਾਈ ਸਾਹਿਬ ਜੀ ਕਹਿੰਦੇ, ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹ ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਮਨੁੱਖ ਵਿੱਚ ਪਸ਼ੂ ਵਿੱਚ ਕੀ ਫਰਕ ਹੈ? ਸ਼ਬਦ ਤੇ ਸੁਰਤ ਦਾ। ਮਨੁੱਖ ਸ਼ਬਦ ਬੋਲ ਸਕਦਾ ਤਰ੍ਹਾਂ ਤਰ੍ਹਾਂ ਦੇ, ਪਸ਼ੂ ਪੰਛੀ ਤਰ੍ਹਾਂ ਤਰ੍ਹਾਂ ਦੇ ਸ਼ਬਦ ਨਹੀਂ ਬੋਲ ਸਕਦੇ। ਮਨੁੱਖ ਸ਼ਬਦ ਸੁਣ ਸਕਦਾ, ਸਮਝ ਸਕਦਾ, ਪਸ਼ੂਆਂ ਦੇ ਕੋਲ ਇਹ ਸੁਰਤ ਨਹੀਂ ਹੁੰਦੀ। ਕਹਿਣਗੇ ਪਸ਼ੂਆ ਹਰਿਆਇਓ ਕਹਿਓ ਸੁਣਿਓ ਅਨ ਸੁਣਿਓ ਕਰੇ। ਪਸ਼ੂ ਕਿਤੇ ਹਰੀ ਭਰੀ ਖੇਤੀ ਨੂੰ ਦੇਖ ਲੈ ਨਾ, ਉਹ ਰੱਸਾ ਤੜਾ ਕੇ ਉੱਧਰ ਨੂੰ ਭੱਜਦਾ। ਜੇ ਤੁਸੀਂ ਫੜੀ ਜਾਂਦੇ ਤੁਹਾਨੂੰ ਖਿੱਚ ਕੇ ਉੱਧਰ ਨੂੰ ਭੱਜਣ ਦਾ ਯਤਨ ਕਰੇਗਾ, ਤੁਸੀਂ ਉਹਨੂੰ ਰੋਕੋਗੇ ਨਹੀਂ ਰੁਕੇਗਾ। ਸਗੋਂ ਪਸ਼ੂਆਂ ਦੇ ਜਗਤ 'ਚ ਥੋੜ੍ਹੀ ਨਜ਼ਰ ਮਾਰੋ, ਕਈ ਪਸ਼ੂ ਸਮਝਦਾਰ ਵੀ ਨੇ, ਉਹ ਸਮਝਦੇ ਨੇ ਆਵਾਜ਼ ਆਪਣੇ ਮਾਲਕ ਦੀ। ਜਿੱਥੇ ਬਿਠਾਓ ਕੁੱਤਾ ਬੈਠ ਜਾਂਦਾ ਹੈ। ਘਰ 'ਚ ਹੋਰ ਰੱਖੇ ਹੋਏ ਅਸੀਂ ਪੈਟਸ ਜਿਹੜੇ ਨੇ, ਜਿੱਦਾਂ ਉਹ ਸਮਝਦੇ ਨੇ ਸਾਡੀ ਗੱਲ। ਪਰ ਪਸ਼ੂ ਬਿਰਤੀ ਜਿਹੜੀ ਹੈ ਉਹ ਸਮਝਦੀ ਨਹੀਂ ਹੈ। ਪਰ ਮਨੁੱਖ ਤੇ ਜਦ ਦਾ ਜਨਮਦਾ ਉਹ ਸਮਝਦਾ ਇਹ ਗੱਲ। ਮਾਂ ਪਾਸੋਂ, ਪਿਓ ਪਾਸੋਂ, ਭੈਣਾਂ ਭਰਾਵਾਂ ਪਾਸੋਂ ਜੋ ਕੁਝ ਇਹਨੇ ਸਮਝਿਆ ਸੁਣਿਆ, ਉਹਨੂੰ ਇਹ ਸਮਝਦਾ, ਉਹਨੂੰ ਇਹ ਸਿੱਖਦਾ ਵੀ ਹੈ, ਉਹੀ ਕੁਝ ਕਰਦਾ ਵੀ ਹੈ। ਪਸ਼ੂਆ ਸ਼ਬਦਹੀਨ ਜਿਹਵਾ ਨਾ ਬੋਲ ਸਕੇ। ਪਸ਼ੂ ਜਿਹੜਾ ਉਹ ਸ਼ਬਦ ਤੋਂ ਹੀਣ ਹੈ, ਉਹ ਕੋਈ ਤਰ੍ਹਾਂ ਤਰ੍ਹਾਂ ਦੇ ਸ਼ਬਦ ਨਹੀਂ ਬੋਲ ਸਕੇਗਾ, ਬੋਲੀਆਂ ਨਹੀਂ ਬੋਲ ਸਕੇਗਾ। ਲੇਕਿਨ ਮਾਨਸ ਜਨਮ ਬੋਲੇ
ਬਚਨ ਅਨੇਕ ਹੈ। ਮਨੁੱਖ ਤੇ ਕਈ ਤਰ੍ਹਾਂ ਦੀਆਂ ਬੋਲੀਆਂ ਬੋਲਦਾ ਹੈ। ਆਪਾਂ ਦੇਖਦੇ ਹਾਂ ਹਰ ਸਮਾਜ ਦੇ ਅੰਦਰ ਕੋਈ ਬੋਲੀ ਹੈ, ਕੋਈ ਵਰਣਮਾਲਾ ਹੈ, ਉਹਨੂੰ ਸਿੱਖ ਕੇ ਕਿੰਨੀਆਂ ਗਾਂ ਮਨੁੱਖ ਗੱਲਾਂ ਸਿੱਖ ਜਾਂਦਾ ਹੈ। ਇਹ ਗੱਲ ਪਸ਼ੂਆਂ 'ਚ ਤਾਂ ਨਹੀਂ ਹੈ। ਅਖੀਰ ਤੇ ਮਾਨਯੋਗ ਭਾਈ ਸਾਹਿਬ ਜੀ ਨੇ ਤੱਤ ਕੱਢਿਆ, ਕਹਿਣਗੇ ਸ਼ਬਦ ਸੁਰਤ ਸੁਣ ਸਮਝ ਬੋਲੇ ਵਿਵੇਕੀ। ਮਨੁੱਖ ਕੰਨਾਂ ਨਾਲ ਸ਼ਬਦ ਨੂੰ ਸੁਣ ਕੇ, ਸੁਰਤ ਨਾਲ ਉਹਨੂੰ ਸਮਝ ਕੇ, ਵਿਚਾਰ ਕੇ, ਆਪਣੀ ਸੁਰਤ 'ਚ ਵਸਾ ਕੇ, ਫਿਰ ਜੇਕਰ ਵਿਵੇਕ ਦੀ ਗੱਲ ਕਰਦਾ, ਸਮਝ ਕੇ ਬੋਲਦਾ, ਉਹਨੂੰ ਆਪਾਂ ਸਿਆਣਾ ਕਵਾਂਗੇ, ਸਮਝਦਾਰ ਕਵਾਂਗੇ। ਨਾਤਰ ਅਚੇਤ ਪਸ਼ੂ ਪ੍ਰੇਤ ਹੂੰ ਮੈਂ ਏਕ ਹੈ। ਨਹੀਂ ਤਾਂ ਇਹ ਵੀ ਪਸ਼ੂਆਂ ਪ੍ਰੇਤਾਂ 'ਚੋਂ ਇੱਕ ਹੀ ਹੈ, ਜਿਹੜਾ ਸਮਝਦਾ ਨਹੀਂ, ਜਿਹੜਾ ਵੇਖਦਾ ਹੀ ਨਹੀਂ ਕਿ ਮੈਂ ਪਹਿਲਾਂ ਗਲਤੀ ਕੀਤੀ ਹੈ ਤੇ ਮੈਂ ਦੁਖੀ ਹਾਂ, ਕਿਉਂਕਿ ਉਹ ਚੇਤੇ ਹੀ ਨਹੀਂ ਰੱਖਦਾ। ਮਨੁੱਖੀ ਸਮਾਜ ਦੀ ਗੁਲਾਮੀ ਦਾ, ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਮਨੁੱਖ ਗੱਲ ਭੁਲਾ ਦਿੰਦਾ। 5 ਸਾਲ ਪਹਿਲਾਂ ਜੋ ਲਾਰੇ ਲੀਡਰ ਲਾਉਂਦੇ ਨੇ ਸਾਨੂੰ ਭੁੱਲ ਜਾਂਦੇ ਨੇ, ਫਿਰ ਆਪਾਂ ਕਹਿੰਦੇ ਚੱਲ ਠੀਕ ਹੀ ਹੈ, ਵੋਟਾਂ ਹੀ ਦੇਣੀਆਂ ਨੇ। ਇਹ ਹੈ ਮਨੁੱਖੀ ਸਮਾਜ ਦੀ। ਜਿੰਨਾ ਕੋਈ ਸਮਾਜ ਇਹੋ ਜਿਹਾ ਹੋਏਗਾ, ਓਨਾ ਉਹ ਗੁਲਾਮ ਰਹੇਗਾ, ਓਨਾ ਉਹ ਦੁਖੀ ਰਹੇਗਾ। ਜਿਹੜੇ ਸਿਆਣੇ ਲੋਕ ਨੇ, ਸੂਝਵਾਨ ਲੋਕ ਨੇ, ਉਹ ਚੇਤੇ ਰੱਖਦੇ। ਮਨੁੱਖ ਨੂੰ ਸਿਮਰਨ ਸ਼ਕਤੀ ਦਿੱਤੀ ਹੈ, ਯਾਦਾਸ਼ਤ ਦਿੱਤੀ ਹੈ ਕਿ ਬੰਦਿਆ ਤੂੰ ਚੇਤੇ ਕਰ, ਕੁਝ ਵਧੀਆ ਗੱਲ ਚੇਤੇ ਕਰ। ਮਨੁੱਖ ਜੇ ਸਿਮਰਨ ਸ਼ਕਤੀ ਨਾਲ ਚੇਤੇ ਕਰਦਾ ਤੇ ਦੁਨੀਆ ਦੀਆਂ ਗੱਲਾਂ ਨੂੰ ਚੇਤੇ ਕਰਦਾ, ਵਿਹਾਰ ਦੀਆਂ ਗੱਲਾਂ ਨੂੰ ਚੇਤੇ ਕਰਦਾ, ਸੰਸਾਰੀ ਗੱਲਾਂ ਨੂੰ ਚੇਤੇ ਕਰਦਾ, ਵਿਕਾਰੀ ਗੱਲਾਂ ਨੂੰ ਚੇਤੇ ਕਰਦਾ। ਇਹ ਸਿਮਰਨ ਸ਼ਕਤੀ ਇੰਨੀ ਅਮੋਲ ਹੈ। ਮਨੁੱਖ ਜੇ ਕਿਤੇ ਜੋ ਇਹਦੇ ਨਾਲ ਚੇਤੇ ਕਰੀ ਜਾਏਗਾ, ਉਹੀ ਕੁਝ ਬਣ ਜਾਏਗਾ। ਦੁਨੀਆਦਾਰੀ ਜਿਹੜੇ ਚੇਤੇ ਕਰਦੇ ਦੁਨੀਆ 'ਚ ਕਾਮਯਾਬ ਹੋ ਹੀ ਜਾਂਦੇ ਨੇ। ਮਾੜੀਆਂ ਗੱਲਾਂ ਜਿਹੜੇ ਚੇਤੇ ਰੱਖਦੇ, ਮਾੜੀਆਂ ਗੱਲਾਂ 'ਚ ਕਾਮਯਾਬ ਹੋ ਜਾਂਦੇ ਨੇ। ਜੋ ਮਨੁੱਖ ਆਪਣੀ ਸਿਮਰਤੀ 'ਚ ਵਸਾ ਲਏਗਾ, ਜਿਸ ਚੀਜ਼ ਨੂੰ ਉਹ ਚੇਤੇ ਰੱਖੇਗਾ। ਗੁਰਬਾਣੀ ਕਹਿੰਦੀ ਬੰਦਿਆ ਤੂੰ ਜ਼ਿੰਦਗੀ ਅੰਦਰ ਸੁਖੀ ਹੋਣਾ ਹੈ, ਤੂੰ ਜ਼ਿੰਦਗੀ ਅੰਦਰ ਅੱਗੇ ਵਧਣ ਲਈ ਆਇਆ ਹੈ, ਉੱਚੇ ਉੱਠਣ ਲਈ ਆਇਆ ਹੈ, ਤੇ ਤੂੰ ਉਸ ਉੱਚੀ ਚੀਜ਼ ਨੂੰ ਚੇਤੇ ਕਰ। ਸਭ ਤੋਂ ਉੱਚਾ ਕੌਣ ਹੈ? ਪਰਮਾਤਮਾ। ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਉਹ ਪਰਮਾਤਮਾ ਦੇ ਨਾਲ ਜੁੜਨਾ ਕਰ, ਜਿਹਦੇ ਅੱਗੇ ਸਾਰੀ ਦੁਨੀਆ ਝੁਕਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਮਨੁੱਖ ਨੂੰ ਕਹਿ ਰਹੇ ਮਨਾ, ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦੇ ਨਾਮ ਨੂੰ ਯਾਦ ਕਰ। ਉਹਨੂੰ ਜੇ ਚੇਤੇ ਕਰੇਗਾ ਤੂੰ ਕਿਵੇਂ ਕੀ ਬਣ ਜਾਏਗਾ, ਕਿੰਨਾ ਉੱਚਾ ਉੱਠ ਜਾਏਗਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ, ਜੇ ਸੁੱਖ ਚਾਹੁੰਦੇ ਸੁੱਖਾਂ ਦੇ ਦਾਤੇ ਨੂੰ ਯਾਦ ਕਰੋ। ਦੁਨੀਆ ਦਾ ਕੋਈ ਮਨੁੱਖ ਸੁਖੀ ਨਹੀਂ ਹੈ, ਦੁਨੀਆ ਦੀ ਕੋਈ ਵਸਤੂ ਤੁਹਾਨੂੰ ਸੁੱਖ ਨਹੀਂ ਦੇ ਸਕਦੀ, ਦੁਨੀਆ ਦਾ ਕੋਈ ਰੁਤਬਾ ਸੁੱਖ ਨਹੀਂ ਦੇ ਸਕਦਾ। ਸੁੱਖ ਕੇਵਲ ਪ੍ਰਮਾਤਮਾ ਦੇ ਪਿਆਰ 'ਚ। ਗੁਰਬਾਣੀ ਕਹਿੰਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਬੰਦਿਆ ਵਾਹਿਗੁਰੂ ਜੀ ਨੂੰ ਵਾਰ-ਵਾਰ ਚੇਤੇ ਕਰਕੇ ਸੁੱਖ ਮਾਣ, ਤੇਰੇ ਹਿਰਦੇ 'ਚੋਂ ਕਲ ਕਲੇਸ਼ ਮਿਟ ਜਾਣਗੇ ਜੇ ਤੂੰ ਪਰਮਾਤਮਾ ਨੂੰ ਚੇਤੇ ਕਰੇਂਗਾ। ਪਰਮਾਤਮਾ ਨੂੰ ਚੇਤੇ ਕਰਾਂਗੇ, ਪਰਮਾਤਮਾ ਵਰਗੇ ਹੀ ਬਣ ਜਾਵਾਂਗੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭੂ ਕਿਰਪਾ ਤੇ ਪ੍ਰਾਣੀ ਛੁਟੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਨੂੰ ਚੇਤੇ ਕੀਤਾ ਉਹ ਨਿਰਭਉ ਹੋ ਜਾਂਦੇ ਨੇ, ਨਿਰਵੈਰ ਨੂੰ ਚੇਤੇ ਕਰਨ ਵਾਲੇ ਨਿਰਵੈਰ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਕਵਿਤ ਲਿਖਿਆ, ਚਿੰਤਾ ਮਨ ਚਿਤਵ ਚਿੰਤਾ ਚਿਤ ਤੇ ਚਰਾਈ, ਅਜੋਨੀ ਰਾਧੇ ਜੋਨ ਦੁੱਖ ਗਵਾਏ। ਉਹ ਚਿੰਤਾਮਨ ਪਰਮਾਤਮਾ ਨੂੰ ਚੇਤੇ ਕਰਕੇ ਸਾਰੀਆਂ ਚਿਤਵਨੀਆਂ ਪੂਰੀਆਂ ਹੋ ਗਈਆਂ, ਚਿੰਤਾਵਾਂ ਮਿਟ ਗਈਆਂ। ਜੂਨ ਤੋਂ ਰਹਿਤ ਵਾਹਿਗੁਰੂ ਜੀ ਨੂੰ ਚੇਤੇ ਕਰਕੇ ਅਸੀਂ ਵੀ ਜੂਨਾਂ ਤੋਂ ਰਹਿਤ ਹੋ ਗਏ। ਅਕਾਲ ਨੂੰ ਚੇਤੇ ਕਰਕੇ ਅਸੀਂ ਵੀ ਕਾਲ ਤੋਂ ਮੁਕਤ ਹੋ ਗਏ। ਨਿਰਵੈਰ ਨੂੰ ਚੇਤੇ ਕਰਕੇ ਅਸੀਂ ਵੈਰ ਤੋਂ ਮੁਕਤ ਹੋ ਗਏ। ਜਿਸ ਵਾਹਿਗੁਰੂ ਨੂੰ ਜਾਂ ਜਿਸ ਇਸ਼ਟ ਨੂੰ ਤੁਸੀਂ ਯਾਦ ਕਰੋਗੇ ਉਹ ਕੁਝ ਬਣ ਜਾਓਗੇ। ਭਗਤ ਜੀ ਨੇ ਇੱਕ ਬਚਨ ਲਿਖਿਆ ਅੰਮ੍ਰਿਤ ਬਾਣੀ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬੜ ਚੜੇ ਡਉਰੂ ਟਮਕਾਵੇ। ਸ਼ਿਵ ਜੀ ਦੀ ਆਰਾਧਨਾ ਕਰਨ ਵਾਲਾ ਸ਼ਿਵ ਜੀ ਵਰਗਾ ਹੀ ਬਣ ਜਾਏਗਾ। ਜਿਵੇਂ ਸ਼ਿਵ ਜੀ ਦਾ ਸਰੂਪ ਉਹਨਾਂ ਦੇ ਸ਼ਰਧਾਲੂਆਂ ਨੇ ਚਿਤਵਿਆ ਹੈ ਕਿ ਉਹ ਬਲਦ ਤੇ ਹੈ, ਹੱਥ 'ਚ ਡਮਰੂ ਹੈ, ਗਲ 'ਚ ਸੱਪ ਹੈ, ਉਹਦੀ ਆਰਾਧਨਾ ਕਰਨ ਵਾਲਾ ਉਹ ਜਿਹਾ ਬਣ ਜਾਏਗਾ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਲ ਚੜੇ ਡਉਰੂ ਟਮਕਾਵੇ, ਮਹਾਮਾਈ ਕੀ ਪੂਜਾ ਕਰੇ, ਨਰ ਸੇ ਨਾਰ ਹੋਏ ਅਵਤਰੈ। ਦੇਵੀ ਦੀ ਆਰਾਧਨਾ ਕਰਨ ਵਾਲਾ ਦੇਵੀ ਬਣ ਜਾਏਗਾ। ਹੁਣ ਜੇ ਉਹ ਮਨੁੱਖ ਹੈ ਫਿਰ ਉਹ ਇਸਤਰੀ ਬਣ ਜਾਏਗਾ, ਦੇਵੀ ਬਣ ਜਾਏਗਾ। ਔਰ ਇੱਥੇ ਹੀ ਬਸ ਨਹੀਂ ਹੈ, ਪੈਰੋਂ ਭੂਤ ਸੀਤਲਾ ਤਾਵੇ, ਖਰ ਬਾਹਨ ਉਹ ਛਾਰ ਉਡਾਵੇ। ਪੈਰੋਂ ਦੀ ਆਰਾਧਨਾ ਕਰਨ ਵਾਲਾ, ਜਿਵੇਂ ਪੈਰੋਂ ਮੜੀਆਂ 'ਚ ਕਹਿੰਦੇ ਸੁਆਹ ਉਡਾਉਂਦਾ ਹੈ ਸ਼ਮਸ਼ਾਨ ਘਾਟ 'ਚ,
ਉਹ ਵੀ ਉਹੀ ਕੁਝ ਬਣੇਗਾ ਜਿਹਦੀ ਆਰਾਧਨਾ ਕਰਾਂਗੇ। ਉਹ ਕੋਈ ਕੁਦਰਤ ਦਾ ਇੱਕ ਨਿਯਮ ਹੈ, ਜੈਸਾ ਸੇਵੇ ਤੈਸਾ ਹੋਏ। ਵਾਹਿਗੁਰੂ ਜੀ ਨੇ ਤੁਹਾਡੀ ਸਿਮਰਨ ਸ਼ਕਤੀ ਜੋ ਦਿੱਤੀ ਹੈ, ਜਾਦਾਸ਼ ਦਿੱਤੀ, ਇਹਦੇ ਵਿੱਚ ਜੋ ਚੇਤੇ ਰੱਖੋਗੇ ਉਹੀ ਕੁਝ ਹੀ ਬਣੋਗੇ, ਉਹ ਜਿਹਾ ਸੁਭਾਅ ਬਣ ਜਾਏਗਾ। ਅਮਲੀਆਂ ਕੋਲ ਬੈਠਦੇ ਜਾਓ ਅਮਲੀ ਬਣ ਜਾਈਦਾ, ਚੋਰਾਂ ਕੋਲ ਬੈਠ ਕੇ ਚੋਰ ਬਣ ਜਾਈਦਾ, ਜਵਾਰੀਆਂ ਕੋਲ ਬੈਠ ਕੇ ਜਵਾਰੀ ਬਣ ਜਾਈਦਾ, ਨਕੰਮੇ ਲੋਕਾਂ ਕੋਲ ਬੈਠ ਕੇ ਨਕੰਮੇ ਬਣ ਜਾਈਦਾ, ਚੰਗੇ ਲੋਕਾਂ ਦੀ ਸੁਸਾਇਟੀ ਬੈਠੀ ਆਪਾਂ ਚੰਗੇ ਬਣ ਜਾਈਦਾ। ਭਗਤ ਜੀ ਕਹਿੰਦੇ ਕਿ ਜਿਸ ਇਸ਼ਟ ਦੀ ਆਰਾਧਨਾ ਕੋਈ ਕਰੇਗਾ, ਹਾਂ ਤੋਂ ਇੱਕ ਰਮਈਆ ਲੈ ਹੂੰ ਆਨ ਦੇ ਬਦਲਾਵਨ ਦੇ ਹੂੰ। ਅਸੀਂ ਤੇ ਇੱਕ ਉਸ ਰਮੇ ਹੋਏ ਰਾਮ ਪਰਮਾਤਮਾ ਵਾਹਿਗੁਰੂ ਜੀ ਨੂੰ ਹੀ ਚਿੱਤੇ ਕਰਦੇ, ਬਾਕੀ ਜੋ ਕੁਝ ਹੈ ਉਹਦੇ ਬਦਲੇ ਕੁਰਬਾਨ ਕਰਨ ਲਈ ਤਿਆਰ ਹਾਂ। ਨਿਰੋਲ ਪਰਮਾਤਮਾ ਸਤਿਗੁਰੂ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਖਟ ਜਿਉ ਪਾਣੀ। ਉਹ ਬੰਦਿਆ ਤੂੰ ਚੇਤੇ ਕਰਨਾ ਹੀ ਹੈ ਨਾ, ਕਿਉਂਕਿ ਮਨ ਨੇ ਕੁਝ ਨਾ ਕੁਝ ਚੇਤੇ ਕਰਦੇ ਹੀ ਰਹਿਣਾ ਹੈ। ਮਨ ਦਾ ਇਹ ਸੁਭਾਅ ਹੈ, ਮਨ ਦੀ ਇਹ ਡਿਊਟੀ ਹੈ ਕਿ ਇਹਨੇ ਕੁਝ ਨਾ ਕੁਝ ਚੇਤੇ ਕਰੀ ਜਾਣਾ। ਕਹਿੰਦੇ ਜੇ ਚੇਤੇ ਕਰਨੀ ਹੈ ਤੇ ਪਰਮਾਤਮਾ ਨੂੰ ਚੇਤੇ ਕਰ ਲੈ, ਵਾਹਿਗੁਰੂ ਜੀ ਨੂੰ ਚੇਤੇ ਕਰ ਲੈ। ਜੇ ਵਾਹਿਗੁਰੂ ਜੀ ਨੂੰ ਚੇਤੇ ਕਰੇਗਾ ਵਾਹਿਗੁਰੂ ਜੀ ਵਰਗਾ ਬਣ ਜਾਏਗਾ। ਵਾਹਿਗੁਰੂ ਜੀ ਨੂੰ ਚੇਤੇ ਕਰਾਂਗਾ ਤੇਰੇ ਅੰਦਰ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ। ਵਾਹਿਗੁਰੂ ਜੀ ਨੂੰ ਚੇਤੇ ਕਰੇਗਾ ਤੇਰੀਆਂ ਸਾਰੀਆਂ ਚਿਤਵਨੀਆਂ ਪੂਰੀਆਂ ਹੋ ਜਾਣਗੀਆਂ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ। ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਨੂੰ ਚੇਤੇ ਕਰ ਜਿਹੜਾ ਸਾਰੀਆਂ ਹੀ ਇੱਛਾਵਾਂ ਪੂਰੀਆਂ ਕਰਨ ਦੇ ਸਮਰੱਥ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਸਾਨੂੰ ਜੀਵਾਂ ਨੂੰ ਉਸ ਪਰਮ ਪਿਤਾ ਵਾਹਿਗੁਰੂ ਜੀ ਦੀ ਯਾਦ ਦਿਲਾ ਕੇ ਕਿ ਬੰਦਿਆ ਤੈਨੂੰ ਵਾਹਿਗੁਰੂ ਜੀ ਨੇ ਜਾਦਾਸ ਦਿੱਤੀ ਹੈ, ਸਿਮਰਨ ਸ਼ਕਤੀ ਦਿੱਤੀ ਹੈ, ਤੇ ਤੂੰ ਵਾਹਿਗੁਰੂ ਜੀ ਦਾ ਹੀ ਸਿਮਰਨ ਕਰ। ਵਾਹਿਗੁਰੂ ਜੀ ਕਿੰਨੇ ਮਹਾਨ ਨੇ, ਵਾਹਿਗੁਰੂ ਜੀ ਦੇ ਗੁਣ ਕੀ ਨੇ, ਉਸ ਪ੍ਰਭੂ ਦੀ ਵਡਿਆਈ ਕੀ ਹੈ, ਉਹਨੂੰ ਚੇਤੇ ਕਰਾ ਕੇ ਤੇ ਉਸ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਜੋ ਕੁਝ ਮਨੁੱਖ ਬਣ ਜਾਂਦਾ ਹੈ, ਇਹ ਗਿਆਨ ਅੱਜ ਦੇ ਮੁੱਖ ਵਾਕ ਰਾਹੀਂ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ 'ਚ ਜੁੜਦੇ ਹਾਂ, ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੈਰੋਂ ਮਹਿਲਾ ਪੰਜਵਾਂ ਸਭ ਤੇ ਉੱਚਾ ਜਾਕਾ ਨਾਉ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਹ ਅੰਮ੍ਰਿਤ ਬਚਨ ਭੈਰੋਂ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1148 ਤੇ ਅੰਕਿਤ ਹਨ। ਸਤਿਗੁਰੂ ਜੀ ਨੇ ਕੇਂਦਰੀ ਪੰਕਤੀਆਂ 'ਚ ਪ੍ਰੇਰਣਾ ਕੀਤੀ ਸੀ ਕਿ ਸਿਮਰ ਮਨਾ ਤੂੰ ਸਾਚਾ ਸੋਏ। ਉਹ ਮਨਾ ਤੂੰ ਉਹ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਨੂੰ ਹੀ ਯਾਦ ਕਰ, ਉਹਨੂੰ ਚੇਤੇ ਕਰ, ਉਹਦਾ ਸਿਮਰਨ ਕਰ। ਮਨ ਨੇ ਕੁਝ ਨਾ ਕੁਝ ਤਾਂ ਚੇਤੇ ਕਰਨਾ ਹੀ ਹੈ। ਜੇ ਕੁਝ ਨਹੀਂ ਕਰੇਗਾ ਤਾਂ ਐਵੇਂ ਚਿੰਤਾ ਹੀ ਕਰੀ ਜਾਏਗਾ। ਜੇ ਕੁਝ ਨਹੀਂ ਕਰੇਗਾ ਚਿੰਤਾ ਕਰੀ ਜਾਏਗਾ। ਜਿਸ ਬੰਨੇ ਤੁਸੀਂ ਆਪਣੇ ਮਨ ਨੂੰ ਲਗਾ ਦਿਓਗੇ, ਅਸੀਂ ਘਰਾਂ 'ਚ ਕਈ ਵਾਰੀ ਵੇਲਾਂ ਲਗਾਉਂਦੇ ਹਾਂ ਫਲਾਂ ਦੀਆਂ, ਫੁੱਲਾਂ ਦੀਆਂ, ਸਬਜ਼ੀਆਂ ਦੀਆਂ, ਤੇ ਉਹ ਵੇਲ ਲਗਾ ਕੇ ਜਦੋਂ ਵੇਲ ਨਿਕਲਦੀ ਹੈ ਨਾ, ਕਰੂੰਬਣਾ ਫੁੱਟਦੀਆਂ ਨੇ, ਤੇ ਫਿਰ ਆਪਾਂ ਕੋਈ ਨਾ ਕੋਈ ਕੋਲ ਕੰਨਾ ਗੱਡ ਦਿੰਦੇ, ਡੰਡਾ ਕੱਢ ਦਿੰਦੇ, ਉਹਦੇ ਤੇ ਚੜ੍ਹ ਜਾਏ। ਕੋਈ ਅਸੀਂ ਹੋਰ ਉਹਦਾ ਆਸਰਾ ਬਣਾ ਦਿੰਦੇ, ਕੰਧ ਨਾਲ ਲਗਾ ਦਿੰਦੇ, ਕਿਸੇ ਦਰਖਤ ਨਾਲ ਲਗਾ ਦਿੰਦੇ। ਜਿਉਂ-ਜਿਉਂ ਉਹ ਵੱਧਦੀ ਹੈ, ਜਿਹੋ ਜਿਹਾ ਨੂੰ ਆਸਰਾ ਮਿਲਿਆ ਉਹੋ ਜਿਹੀ ਉਹ ਬਣ ਜਾਏਗੀ। ਦਰਖਤ ਨਾਲ ਲਗਾਓਗੇ ਦਰਖਤ ਤੇ ਚੜ੍ਹ ਜਾਏਗੀ, ਕੰਧ ਨਾਲ ਲਗਾਓਗੇ ਕੰਧ ਤੇ ਚੜ੍ਹ ਜਾਏਗੀ। ਕਿਤੇ ਨਹੀਂ ਲਗਾਓਗੇ ਤੇ ਫਿਰ ਧਰਤੀ ਤੇ ਉਹਨੇ ਤੇ ਵਧਣਾ ਹੀ ਅੱਗੇ। ਉਹ ਧਰਤੀ ਤੇ ਆਪੇ ਫੈਲਣੀ ਸ਼ੁਰੂ ਹੋ ਗਈ ਜਿੱਧਰ ਉਹਦਾ ਜੀ ਕਰੇਗਾ। ਫੈਲਣਾ ਉਹਦਾ ਸੁਭਾਵ ਹੈ। ਮਨੁੱਖ ਦਾ ਸੁਭਾਵ ਹੈ ਸੋਚਣਾ, ਚੇਤੇ ਰੱਖਣਾ ਕੁਝ ਨਾ ਕੁਝ। ਜੇ ਚੰਗੀ ਚੀਜ਼ ਸੋਚਾਂਗੇ ਚੰਗੇ ਬਣਦੇ ਜਾਵਾਂਗੇ। ਜੇ ਅਸੀਂ ਚੰਗੀ ਗੱਲ ਨਹੀਂ ਸੁਣਾਂਗੇ, ਚੰਗੀ ਸੁਸਾਇਟੀ 'ਚ ਨਹੀਂ ਬੈਠਾਂਗੇ, ਜਾਂ ਕੁਝ ਵੀ ਮਨ ਨੂੰ ਨਹੀਂ ਦੱਸਾਂਗੇ, ਮਨ ਫਿਰ ਆਪਣੀ ਮਰਜ਼ੀ ਨਾਲ ਹੀ ਸੋਚੀ ਜਾਏਗਾ। ਤੇ ਆਪਣੀ ਮਰਜ਼ੀ ਨਾਲ ਮਨ ਕਦੀ ਵਧੀਆ ਨਹੀਂ ਸੋਚਦਾ। ਮਨ ਦਾ ਸੁਭਾਅ ਇੱਕ ਬੱਚੇ ਵਰਗਾ ਹੈ, ਮਨ ਦਾ ਸੁਭਾਅ ਇੱਕ ਬਾਂਦਰ ਵਰਗਾ ਵੀ ਦੱਸਿਆ। ਆਪਣੀ ਮਰਜ਼ੀ ਨਾਲ ਇਹ ਕਦੀ ਵਧੀਆ ਨਹੀਂ ਕਰਦਾ, ਕਿਉਂਕਿ ਨੀਵੇਂ ਬੰਨੇ ਜਾਣਾ ਇਹਨੂੰ ਸੌਖਾ ਲੱਗਦਾ। ਉਤਰਾਈ ਵਾਲੇ ਬੰਨੇ ਜਾਣਾ, ਮਾੜੀਆਂ ਗੱਲਾਂ ਸੋਚਣਾ। ਦੇਖੋ ਨਾ, ਇਹ ਔਗਣਾਂ ਦੀਆਂ ਗੱਲਾਂ ਕਿੰਨੇ ਚਾਅ ਨਾਲ ਟੀਵੀ ਮੂਹਰੇ ਬੈਠਾ ਸਾਰਾ ਦਿਨ ਥੱਕਦਾ ਹੀ ਨਹੀਂ ਹੈ, ਲੇਕਿਨ ਗੁਰਦੁਆਰੇ ਆ ਕੇ ਮਨ ਹੀ ਨਹੀਂ ਲੱਗਦਾ ਮਨ ਦਾ। ਹੋਰ ਕੂੜਕ ਸਾਦੀਆਂ ਗੱਲਾਂ ਕਰੀ ਜਾਂ ਥੱਕਦਾ ਹੀ ਨਹੀਂ ਹੈ। ਕਿਤੇ ਬਾਣੀ ਸੁਣਨ ਪੜਨ ਦੀ, ਰੱਬ ਦੀ ਗੱਲ ਜਾਂ ਚੰਗੇ ਲੋਕਾਂ 'ਚੋਂ ਬੈਠਣ ਦੀ ਗੱਲ ਆਏ ਤੇ ਉੱਥੇ ਬੰਦੇ ਦਾ ਮਨ ਹੀ ਨਹੀਂ ਲੱਗਦਾ। ਇਹ ਮਨ ਦਾ ਸੁਭਾਵ ਹੈ।
सतगुरु जी कहते इस मन नूं वार-वार चंगे बन्ने लाओ। मन लोचे बुराइयां गुर शब्दी यह मन होड़िए। मन ने बुरे बन्ने जाना है, उद्यम करो इहनूं चंगे बन्ने लाओ। जिंदगी च जदों भी तुसीं कुछ चंगा चाहुंदे हो, जदों भी जिंदगी च उच्चे उठना चाहुंदे हो, तरक्की चाहुंदे हो, उहदे लई ते मेहनत करनी पैणी, रुकावटां आउणीआं ने। उच्चे उठण दे लई यतन करना पैंदा है। भावें वो बाहरी तौर पर उच्चे उठना, तुसीं पहाड़ ते किसी ते चढ़ना है, जोर लाउणा पएगा, यतन करना पएगा। तुसीं कोई दुनियावी एजुकेशन लैके समाज विच उच्चे उठना है, मेहनत करनी पएगी। तुसीं कोई व्यापार करके दुनिया तो अगे वधना है, मेहनत करनी पएगी। तुसीं कोई किरदार दे पक्ष तो, इंसानियत दे पक्ष तो, मनुखता दे पक्ष तो एक आदर्शक मनुख बनना है, तो मेहनत करनी पएगी, यतन करना पएगा। तो सतगुरु जी कहते मना जे तू जिंदगी अंदर सुख चाहना है, क्यों तू जिंदगी च सुख मानने लिए आया, दुख मानने लिए नहीं आया। तू जिंदगी च अगे वधन लिए आया, तरक्की करने लिए आया। परमात्मा ने हर मनुख के अंदर अगे वधन का एक चाव पैदा किया। हर मनुख के अंदर भुख है अगे वधन की, तरक्की करने की। जिन्ना जिन्ना मनुख नूं ज्ञान है उस बन्ने वधी जाता। किसी ने सोचा पैसे नाल अगे वधिया जांदा, पैसे नाल अगे वध रहा, लेकिन पैसे नाल अगे सदा नहीं वधिया जांदा, दुखी हुंदा बंदा। फिर कोई सोचता कि राजगद्दियां मिल जाण, वाह वाह वधिया बन जाएंगे, राजगद्दियां लै लैंदे ने, उत्थे बैठे परेशान ने। जिंदगी का मकसद सी उच्चे उठना। उच्चे उठन का मकसद केवल धन दौलत एकत्र करना नहीं, वह है इंसानियत के पक्ष तो इस लैवल ते पहुंच जाइए जिन्हों आप कहते रब बनना, रब वर्गे बनना, पूर्ण परम मनुख बनना। तो सतगुरु जी कहते जे तू जिंदगी च परम मनुख बनना चाहुंदा है, जां जिंदगी अंदर हमेशा सुखी चाहुंदा है, क्योंकि असीं जो कुछ भी करते, भावें धन है, दौलत है, दुनिया के रुतबे ने, ये सुखां लई आपां करदे। कोई बंदा दुखां लई करदा है कि दुख मिले आपां काम करिए, चलो जी आपां पैसे इकट्ठे कर लिए दुखी होवांगे, करदा है कदी कोई? किसी मनुख नूं पुछो, कहंदा 4 पैसे होणगे सुखी होवांगे, 4 दिन सौखे निकल जाणगे। किसी मनुख नूं पुछो, कहंदा कोई रुतबा मिल जाए, चलो बड़ा आनंद है जी, बड़ी सुख सहूलतां मिल जांदियां ने। सुखां लई बंदा करदा जो कुछ करदा है। तो सतगुरु जी कहते जे तू चाहुंदा कि मैं हमेशा हुण भी फिर भी सुखी होवां, फिर सिमर मना तू सच्चा सोए। वो मना सदा कायम रहन वाले वाहिगुरु जी नूं चेते करया कर, उहदे प्यार विच जुड़, अपनी यादाश्त विच, अपनी मैमोरी विच उस परमात्मा नूं वसा के रख। मूँह तो ना जप कला, रब नूं मुख तो बहुत जप रहे ने बंदा, सुरत कज के कुछ होर हुंदा, कहना मैं मुख तो सुखमनी सब कर ला ते मैनूं सुख मिल जाए। मुख तो चेते करना पहला पड़ाव है, जरूरी है, पर मुख ते कुछ होर होवे, मन विच कुछ होर होए ते फिर ते सुखी नहीं हो सकणगे। देखो ना तुहाडे पैर च लग गया कंडा, हुण कंडे दी पीड़ है तुहाडे पैर च, तो तुसीं कहो कि बाहर रूह ना बन के पट्टी बन लो, ते तुसीं वो ते पट्टी तो चंगी है, रूह तो चंगा है, पर अंदरों कंडा ते कढ लो तुसीं ना। अंदरला कंडा है, रूह की पट्टी बन के थोड़ा जिहा तुहानूं सुख तो मिल जाएगा, पर वो पीड़ा नहीं खत्म होएगी, वो फिर शुरू हो जाएगी, वो रोग विगड़ भी सकता है। मनुख अपने अंदरों कंडा नहीं कढ़ना चाहता, अपने अंदर परमात्मा के नाम नूं नहीं वसाउणा चाहता, अंदरों पवित्र नहीं करना चाहता। मुख तो कहंदा जप लो, अपनी सोच नूं नहीं बदलना चाहता। मुख तो जपना जरूरी है, मुबारक है, पर केवल मुख तो जपिया गल नहीं बाणी। मुख तो जपदे जो असीं मन करके जुड़ांगे। सतगुरु जी ने इत्थे मन नूं किहा, मुख नूं नहीं किहा। सिमर मना तू सच्चा सोए, ओ मना तू सदा कायम रहन वाले उस परमात्मा नूं चेते कर, जिन्हों चेते कीतियां हालत पलत तुमरी गत होए। हालत पलत असीं जदों काम करदे आ ना, एक तो वो काम हुंदे ने जिन्हों आपां करदे ते अज दा दिन साडा वधिया रह जांदा है, तो आप कहने कि वह काम करो जिहड़ा आने वाली जिंदगी च भी आप सुखी हो जाइए। सोच समझ के करो, किते बुढ़ेपे च आप सुखी रवांगे। जे बंदा पैसे इकट्ठे करता ही सोचदा ना कि बुढ़े बारे सुखी रवांगे, कल नूं आपां बजुर्ग हो जाने, काम करने 4 पैसे होणगे तो सुखी हो जावांगे। ये दूर अंदेसी है मनुख दी। हालत का अर्थ हुंदा है यह लोक जिथे आपां रह रहे, यह जिंदगी जिहड़ी हुण अज विच जिउ रहे, इनू आपां कह सकदे हालत। पलत का अर्थ है कि अज तो बाद जिहड़ी जिंदगी परलोक आउण वाली जिंदगी वो जिहड़ी भी है, अज तो बाद आउण वाली जिन्नी जिंदगी है वह परलोक है, भावें इस जिंदगी जां किते वो परलोक है। ते अज तो पहला जां अज ये है साडा हालत, अज तो बाद जो कुछ वो है साडा पलत, लोक ते परलोक। परलोक का अर्थ हुंदा है अज तो परे, अज तो ऐस जो कुछ दिस रहा इहदे तो परे जिहड़ी जिंदगी पर लोक।
लोक तो परे, अज तो परे। सतगुरु जी कहते मना परमात्मा नूं चेते कर, जे परमात्मा नूं चेते कर हालत पलत तुमरी गत होए। हालत मैना हुण अज, अज ऐस दुनिया च जिथे जिउ रहे हैं, जिस समय च रह रहे हैं। पलत मैना आउण वाले समय च, अज तो बाद दी जिन्नी जिंदगी है परलोक दे विच तुमरी गत होए। गत दा अर्थ हुंदा मुक्ति, गत दा अर्थ हुंदा छुटकारा, गत दा अर्थ हुंदा उच्ची अवस्था। आपां कहने फलाने दी गति नहीं हुई, गति मरण तो बाद नहीं होनी, माफ करना। एक बहुत वड्डा भरम जां धोखा मनुखता नाल कीता जा रहा है कि उत्थे नहा लो जां इत्थे तुसीं अस्थियां पा दिओ दी गति हो जाएगी, जां ओ पाठ करा दिओ जी फलाने बंदे दी गति हो जाएगी। ये तो काम ही बड़ा सौखा है, सारी जिंदगी पाप पुन करते रहो, बंदा चढ़ाई कर गया, उहदियां खासतां ते अस्थियां बाद मुक्त है, फिर किहड़ी गल है, फिर तो गति हो गई। जे इदां ही गति हुंदी है, माफ करना, जे इदां ही गति हुंदी है फिर तो सारे ही मुक्त ने, लोड़ ही नहीं चंगे काम करन दी। मर जाओ, हड्डियां किते हरद्वार पा दो, कीरत पढ़ाओ, बंदा मुक्त है। तो काम बड़ा सौखा है, पाठ रखा दो, अरदास करा दो, मुक्त है बंदा। गति शरीर त्यागण तो बाद दे नाल कीते होए कर्मां नाल संबंध नहीं रखदी, वो संबंध रखदी एज जिंदगी च कीते कर्मां दे नाल। गति दा अर्थ हुंदा है छुटकारा। छुटकारा कादे तो? चिंता तो। छुटकारा कादे तो? बुराइयां तो, अवगुणां तो। मुक्ति, सुतंत्रता जिन्हों आपां कहने। गति दा अर्थ हुंदा है उच्ची अवस्था। वो उच्ची अवस्था कादी होनी है? किते थां ते सुआह सुट्टे उच्ची अवस्था हो जानी है। देखो ना, तुसीं गए हुए प्राणी दियां अस्थियां रोड़दियां, उहदे नाल अवस्था की उच्ची होएगी? वो ते उहदे शरीर दी मिट्टी नूं संभालण दा एक तरीका है। तुसीं उहनूं धरती च दब दिओ, कोई फर्क नहीं पैना उहदे ते। तुसीं उहनूं किसी नहर दरिया च रोड़ दिओ, कोई फर्क नहीं पैना। उहनूं तुसीं नहीं भी रोड़ोगे, आपे स्वाह दे नाल उड़ जाएगी, उहदा की है? देखो ना, शरीर नूं संभालण दे लई कोई दफना दिंदा है, कोई उहनूं साड़ दिंदा है, ते कई विचारे जंगलां च उहदे रुलदे ने, की उहनां दे कोई असर पैंदा उहदे ते? जे मृतक को चंदन चढ़ावे तो मृतक क्या हो जाए, जे मृतक को विष्टा माए रलाई तो मृतक का क्या कट जाए। जे मुर्दे नूं तुसीं चंदन दीयां लकड़ां च फूकोगे तो उहदे नाल की फर्क पै जाना? जे उहनूं तुसीं मिट्टी च रोल दिओगे जां गंदगी ते उहदे नाल की फर्क पैना? वो तो इस करके है कि इहदे नाल बीमारियां ना फैलन, इहदे नाल उहदा शरीर रुले ना, उहनूं संभाल दिओ किते। पर कोई कहे जी दब्बण नाल उहनूं हुण बिस्त मिल जाएगी, साड़न नाल उहनूं स्वर्ग मिल जाएगा, रोड़न दे नाल पता नहीं वो किहड़े सचखंड चलिया जाए, ते नरोल एक अंध विश्वास है। वो तो शरीर नूं संभालण दा एक साधन है। फिर उहदों बाद शरीर दी सुआह कोई दब दिंदा है, कोई रोड़ दिंदा है। ये तो सिर्फ उस शरीर नूं समेटण दा एक तरीका है। आपो अपने सभ्याचार कल्चर अनुसार जां आपो अपनी भूगोलिक स्थिति अनुसार इहदे नाल मनुख दी गति दा कोई संबंध नहीं। गति कदों होनी? गति दा अर्थ हुंदा है सुरत दी उच्ची अवस्था, सुरत दी उच्ची अवस्था। गति चाल नूं भी कहंदे ने। आपां धरती ते आए आ, साडी सुरत दी भी तो कोई गत होनी चाहिदी है ना। शरीर देखो निका जिहा सी, वधदा वधदा किड्डा वड्डा हो गया, जवान हो गया, तगड़ा हो गया, फिर शरीर कमजोर। इस शरीर दी गति है। बचपन तो जवानी, जवानी तो वडेपा, इस शरीर दी चाल है। ਇਹਦੇ ਨਾਲ ਸਾਡੀ ਸੁਰਤ ਦੀ ਵੀ ਤਾਂ ਗਤੀ ਹੋਣੀ ਚਾਹੀਦੀ ਨਾ, ਉੱਚੀ ਗਤੀ। ਸਾਡੀ ਸੁਰਤ ਉੱਚੀ ਉੱਠਣੀ ਚਾਹੀਦੀ ਹੈ। ਬਚਪਨ ਵੇਲੇ ਕਿੰਨੇ ਆਪਾਂ ਭੋਲੇ ਸਾਂ, ਕਿੰਨੇ ਨਿਰਵੈਰ ਸਾਂ, ਕਿੰਨੇ ਪਿਆਰੇ ਸਾਂ, ਕਿੰਨੇ ਅੰਦਰੋਂ ਆਪਾਂ ਬੀਬੇ ਸਾਂ। ਲੇਕਿਨ ਜਦੋਂ ਬਚਪਨ ਗੁਜ਼ਰਦਾ, ਉਹ ਭੋਲਾਪਨ, ਉਹ ਨਿਰਵੈਰਤਾ, ਉਹ ਪਿਆਰ ਵਾਲੀ ਗੱਲ ਤੇ ਹੋਰ ਵਧਣੀ ਚਾਹੀਦੀ ਸੀ। ਲੇਕਿਨ ਹੋਇਆ ਕਿ ਉਹ ਗਤੀ ਰੁਕ ਗਈ। ਅੰਦਰ ਈਰਖਾ, ਕ੍ਰੋਧ, ਮੱਥੇ ਤੇ ਤਿਉੜੀਆਂ, ਖਿਜਣਾ, ਲੜਨਾ, ਝਗੜਨਾ, ਧੋਖੇਬਾਜ਼ੀਆਂ, ਵੈਰ ਵਿਰੋਧ, ਉਹ ਆ ਗਿਆ ਸਾਡੇ ਅੰਦਰ। ਗਤੀ ਰੁਕ ਗਈ। ਗਤੀ ਦਾ ਅਰਥ ਇਹ ਹੈ, ਗਤ ਦਾ ਅਰਥ ਹੈ ਕਿ ਉੱਚੀ ਅਵਸਥਾ। ਬੰਦਿਆ, ਜੇ ਤੂੰ ਪਰਮਾਤਮਾ ਨੂੰ ਚੇਤੇ ਰੱਖੇਗਾ, ਹਲਤ ਪਲਤ ਤੁਮਰੀ ਗਤ ਹੋਏ। ਹੁਣ ਵੀ, ਆਉਣ ਵਾਲੀ ਜ਼ਿੰਦਗੀ 'ਚ ਵੀ, ਪਰਲੋਕ ਵਿੱਚ ਵੀ ਤੇਰੀ ਉੱਚੀ ਅਵਸਥਾ ਬਣੇਗੀ। ਆਉਣ ਵਾਲੀ ਜ਼ਿੰਦਗੀ 'ਚ ਵੀ ਤੈਨੂੰ ਕੋਈ ਦੁੱਖ ਦੁਖਾ ਨਹੀਂ ਸਕੇਗਾ। ਕੋਈ ਇਹ ਨਹੀਂ ਕਹੇਗਾ ਕਿ ਤੈਨੂੰ ਜੀ ਇੰਨੇ ਦਿਨ ਤੁਰਨਾ ਪਏਗਾ, ਮਰਨ ਤੋਂ ਬਾਅਦ ਤੈਨੂੰ ਆਹ ਦਰਿਆ ਪਾਰ ਕਰਨਾ ਪਏਗਾ, ਤੈਨੂੰ ਆਹ ਨਰਕ ਵਿੱਚ ਸੜਨਾ ਪਏਗਾ। ਹੁਣ ਪਰਮਾਤਮਾ ਨੂੰ ਚੇਤੇ ਕਰ, ਪਰਲੋਕ ਵਿੱਚ ਵੀ ਤੇਰੀ ਉੱਚੀ ਅਵਸਥਾ ਰਹੇਗੀ। ਆਉਣ ਵਾਲੇ ਸਮੇਂ 'ਚ ਵੀ ਤੂੰ ਉੱਚਾ ਚੜ੍ਹਦੀ ਕਲਾ 'ਚ ਰਹੇਗਾ। ਤੇਰੀ ਜ਼ਿੰਦਗੀ 'ਚ ਕਦੀ ਨਿਰਾਸ਼ਤਾ, ਦੁੱਖ, ਢਹਿੰਦੀ ਕਲਾ ਆਏਗੀ ਨਹੀਂ। ਪਰ ਕਦੋਂ? ਜੇ ਤੂੰ ਉਸ ਪਰਮਾਤਮਾ ਨੂੰ ਚੇਤੇ ਕਰੇਂਗਾ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ। ਜਿਹੜੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ, ਉਹ ਤੁਹਾਨੂੰ ਸਦਾ ਸੁੱਖ ਦੇ ਹੀ ਨਹੀਂ ਸਕਦੀ।
दुनिया की कोई चीज़ सदा कायम रहने वाली नहीं है, इको एक परमात्मा है। इस करके साहब कहते सच्चा सोए वो सच्चे वाहिगुरु जी नूं चेते कर, प्रभु नूं चेते कर, लोक परलोक च तेरा मददगार बनेगा, लोक परलोक में तेरी उच्ची अवस्था बनेगी, तू खुश रहेगा। असी खुश कदों रहने हैं? देखो धन है दौलत साडे कोल जे हमेशा रहे तो साडी सुरत कुछ जी बेफिक्र जी रही, कोई नहीं पैसे है ने चार। जे सानू ये यकीन रहे कि पैसे साडे ने किते नहीं जा सकते, साडे कोल ने, तो बंदे दी सुरत जिहड़ी है वह फिक्रां तो रहत रहिंदी है। उन्होंने पता कि कोई नहीं, हुण लॉकडाउन लगा सी, जिन्हां कोल 4 पैसे सी कहंदे कोई गल नहीं, 4 महीने बैठे कोई गल नहीं, तो जिन्हां को मेरे वर्गियों को नहीं उन्होंने तो चिंता कि की बनेगा जे ये ठीक ना होया, कारोबार किवें चलणगे। बिल्कुल इदां जिन्हां ने उस धन नूं एकत्र कर लिया जिहड़ा सदा उन्हां दे नाल रहण वाला है, जिन्हां दा खजाना भरिया है, वो तो हमेशा ही खुश रहणगे, ते सदा रहण वाला परमात्मा है, वाहिगुरु जी का नाम है। साहब कहते जे वाहिगुरु जी के नाम नाल सांझ पाएगा हमेशा दे लिए तो प्रसन्न रहेगा, खुश रहेगा, तेरी अवस्था उच्ची बनी रहेगी। वो परमात्मा की वडियाई की है। सब ते उच्चा जाका नाव, नाव मेना नामना, जिन्हों आप रुतबा कहने वडियाई कहने, वो परमात्मा की वडियाई सारियां तो उच्ची है। किन्नी कुछ उच्ची है? ऊंचे ते ऊंचा प्रभथान। सतगुरु साहब जी कहते हैं अत ऊंचा तांका दरबारा, अंत नाही किश पारा बारा। वो वाहिगुरु किन्ना को उच्चा है, किन्ना को महान है। असी सोदर की पौड़ी रोज़ पढ़ते हैं ना, गावन तुदनो पौन पानी बैसंतर गावे, राजा धर्म द्वारे, गाव तुनो ईश्वर ब्रह्मा देवी सोहन तेरे सदा सवारे, गाव तुनो इंद्र इंद्रासन बैठे देवतियां दर नाले, गाव तुनो सिद्ध समाधि अंदर सिद्ध गा रहे ने, इंद्र वर्गे गा रहे ने, शिव गा रहे हैं, ब्रह्मा गा रहे ने। सारी दुनिया जिस परमात्मा नूं गाउंदी है वो तो सारिਆਂ तो वड्डा है। वो परमात्मा का नामना वडियाई रुतबा नाम सब तो वड्डा है। साहब कहते उस परमात्मा नूं सदा चेते रख, सदा सदा ताके गुण गाओ। तू सदा उस वाहिगुरु जी दे गुण गाया कर, वाहिगुरु जी नूं चेते रखिया कर। देखो वाहिगुरु जी ने किन्नियां रहमतां साडे ते कीतियां। जिन कन कीते अखी नाक, जिन जिहवा दित्ती बोले तात, जिन मैं राख्या अग्नि पाए, वाजे पवन आखे सब जाए। जिन्हें साडे शरीर की इन्नी सोहनी रचना की, सानू देखण लई अखियां दित्तियां ने, कन दिते ने, रसना दित्ती है, नक दिता है, तंदुरुस्ती दित्ती है, होर बेअंत पदार्थ दिते ने। किन्नियां दातां दित्तियां सी ते गिणती नहीं कर सकते। उन्हां दा मुੱਲ तां असीं की पाउणा ना पा सकदे, आपां गिणती नहीं कर सकते। जो कुछ वाहिगुरू जी ने दिता है वो अणगिणत भी है, वो अमोल भी है। जिस परमात्मा ने इन्ना कुछ दिता है, साहब कहंदे ने मना सदा सदा ताके गुण गाओ, सदा उस वाहिगुरू जी के गुण गा। कोई बंदा किते साडी थोड़ी मदद करे ना तो असीं बड़ा चेते रखते कि इन्हें साडी मदद की सी। उहदे गुण गाउने चाहिए ने कि जो तुहाडी हैल्प करे उन्होंने चेते रखना चाहिए। पर जो कुछ वाहिगुरू जी ने दिता है वो तो कोई भी नहीं दे सकता। वो तो एक बारी चलिया जे मुड़ के आ ही नहीं सकता। तंदुरुस्ती चली जाए तो मुड़ के कितों नहीं मिल सकती। कोई बंदा नहीं दे सकता, कोई डॉक्टर कोई दवाई तुहानूं तंदुरुस्ती नहीं दे सकती। ये शरीर एक बारी चलिया जाए मुड़ के मिल ही नहीं सकता। वाहिगुरू जी ने जो कुछ दिता है वो दुर्लभ है। जो कुछ वाहिगुरू जी ने दिता है उन्हें चेते करके वो गुण गा लिया करो। देखो ना गाउण का कितना सोहना तरीका है। गावे को ताण होवे किसे ताण, गावे को दात जाने निशान। वाहिगुरू जी दियां दित्तियां दातां नूं ओदी निशानी जान के उन्हें चेते कर लिया करो कि वाहिगुरू जी ने मैनू तंदुरुस्ती दित्ती है, शुक्र है परमात्मा का। वाहिगुरू जी ने मैनू परिवार दिता है, बच्चे दिते, शुक्र है परमात्मा का। वाहिगुरू जी ने मैनू सोहना घर दिता, वाहिगुरू जी तुहाडा कोटान कोट शुक्र है। लखां लोग घरां तो बिना ही बैठे ने। वाहिगुरू जी ने मैनू 2 टाइम घर च रोटी दिती है, घर च बच्चियां च बैठ के खाण दी, शुक्र है तेरा। लोग रोटी की खातर ही इधर उधर भटकते फिरते हैं। वाहिगुरू जी ने मैनू तंदुरुस्ती दिती है, कोटान कोट शुक्र उस परमात्मा का। लखां लोग हस्पतालों च बैठे तंदुरुस्ती नूं मंग रहे ने। यह है गुण गाउणा। तो यह गाउणा तो कोई औखा नहीं है। जे आपां ये भी कह के वाहिगुरू जी नूं चेते न कीता ते असीं अखिरत कण गिणे जावांगे। अखिरत कण जिन्ना मर्जी असीं दानी बन जाइए, जिन्ना मर्जी असीं बाहरों अपने आप नूं चंगियां बना के लोकां दे सामने पेश करन दा यतन करिए, पर जे असीं वाहिगुरू जी दीयां नज़रां च वाहिगुरू दे गुण ना गाए ते असीं अखिरत कण बन जावांगे। अखिरत कण भारे
ਭੂਈ ਅਖਿਰਤ ਕਣ ਮੰਦੀ ਹੂੰ ਮੰਦੇ, ਅਸੀਂ ਧਰਤੀ ਤੇ ਭਾਰ ਬਣ ਜਾਵਾਂਗੇ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਵਾਹਿਗੁਰੂ ਜੀ ਦੀਆਂ ਦਾਤਾਂ ਨੂੰ ਦੇਖ ਕੇ ਹੀ ਉਹਨੂੰ ਯਾਦ ਕਰ ਲਿਆ ਕਰੋ, ਉਸ ਵਾਹਿਗੁਰੂ ਜੀ ਦੇ ਗੁਣ ਗਾਇਆ ਕਰੋ। ਜਿਸ ਸਿਮਰਤ ਸਗਲਾ ਦੁੱਖ ਜਾਏ, ਉਹ ਵਾਹਿਗੁਰੂ ਜੀ ਦੇ ਗੁਣ ਗਾਓ। ਜਿਸ ਵਾਹਿਗੁਰੂ ਜੀ ਨੂੰ ਚੇਤੇ ਕੀਤਿਆਂ ਸਾਰੇ ਦੁੱਖ ਮਿਟ ਜਾਂਦੇ ਨੇ। ਬੰਦਾ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨਾਲ ਜੁੜ ਜਾਏ, ਕਿਉਂਕਿ ਮਨ ਹੀ ਤੇ ਇਕਾਗਰ ਨਹੀਂ ਨਾ ਹੁੰਦਾ। ਮਨ ਕਿਤੇ ਹੋਰ ਹੁੰਦਾ ਹੈ, ਸਾਡੀ ਸੁਰਤ ਕਿਤੇ ਹੋਰ ਹੁੰਦੀ ਹੈ, ਮੁੱਖ ਤੋਂ ਅਸੀਂ ਹੋਰ ਬੋਲਦੇ ਹਾਂ, ਸਰੀਰ ਕਰਕੇ ਅਸੀਂ ਕਿਤੇ ਹੁੰਦੇ ਹਾਂ। ਸਤਿਗੁਰੂ ਜੀ ਕਹਿੰਦੇ ਜੇ ਕਿਤੇ ਮਨ ਚਿੱਤ ਹੋ ਜਾ, ਇਕਾਗਰ ਹੋ ਜਾਏ। ਇੱਕ ਬਚਨ ਪੜ੍ਹਦੇ ਹਾਂ ਆਪਾਂ ਕਿ ਏਕ ਚਿਤ ਜਿਨ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿਨ ਅੱਖ ਫੁਰਕਣ ਜਿੰਨੇ ਸਮੇਂ 'ਚ ਵੀ ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਚੇਤੇ ਕਰ ਲਈਏ, ਸਾਡੀ ਜ਼ਿੰਦਗੀ 'ਚ ਤਾਂ ਕਾਲ ਦਾ ਡਰ ਹੀ ਖਤਮ ਹੋ ਜਾਂਦਾ ਹੈ, ਮੌਤ ਦਾ ਡਰ ਕੱਟਿਆ ਜਾਂਦਾ ਹੈ। ਪਰ ਉਹ ਛਿਨ ਜਿਹੜਾ ਹੈ ਨਾ, ਉਹਨੂੰ ਪ੍ਰਾਪਤ ਕਰਨ ਦੇ ਲਈ ਆਪਾਂ ਸਾਰੀ ਸਾਧਨਾ ਕਰਦੇ ਹਾਂ। ਗੁਰਦੁਆਰੇ ਆਉਣ ਦਾ ਅਰਥ ਹੈ ਸਾਨੂੰ ਇਕਾਗਰ ਹੋਣ ਦੀ ਜਾਚ ਆ ਜਾਏ, ਸਾਡੀ ਲਿਵ ਲੱਗ ਜਾਏ। ਬਾਣੀ ਪੜ੍ਹਨ ਦਾ ਅਰਥ ਇਹ ਹੈ ਕਿ ਸਾਡਾ ਮਨ ਇੱਧਰੋਂ ਉੱਧਰੋਂ ਹਟ ਕੇ ਚੰਗੇ ਗੁਣਾਂ ਦਾ ਧਾਰਨੀ ਬਣ ਕੇ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਏ। ਧਰਮ ਅਸਥਾਨਾਂ ਦੇ ਜਾਣ ਦਾ ਕੇਵਲ ਇਹ ਮਕਸਦ ਹੈ, ਬਾਕੀ ਗੱਲਾਂ ਸਿਰਫ ਵਿਹਾਰੀ ਤੇ ਵਪਾਰੀ ਲੋਕਾਂ ਦੀਆਂ ਨੇ। ਫਲਾਣੇ ਥਾਂ ਜਾਓ ਜੀ, ਆਹ ਚੀਜ਼ ਮਿਲ ਜਾਏਗੀ, ਫਲਾਣੇ ਥਾਂ ਨੰਗੇ ਪੈਰੀ ਜਾਓ, ਇਹ ਵਪਾਰ ਹੈ, ਵਿਹਾਰ ਹੈ, ਇਹ ਪਿਆਰ ਨਹੀਂ ਹੈ। ਬਹੁਤੀ ਦੁਨੀਆ ਪ੍ਰਮਾਤਮਾ ਦੇ ਨਾਲ ਵਿਹਾਰ ਹੀ ਕਰ ਰਹੀ ਹੈ। ਵਿਹਾਰ, ਰੱਬ ਜੀ ਇਹ ਦੇ ਦਿਓ, ਇੰਨੇ ਦਿਨਾਵਾਂਗੇ, ਇਹ ਦੇ ਦਿਓ, ਇੰਨੇ ਪਾਠ ਕਰਾਂਗੇ, ਇਹ ਵਿਹਾਰ ਹੈ ਧਰਮ ਦੀ ਦੁਨੀਆ 'ਚ। ਜੇ ਵਿਹਾਰ ਹੀ ਕਰਨਾ ਤੇ ਬਾਹਰ ਬਾਜ਼ਾਰ 'ਚ ਕਰ ਲਈਏ ਆਪਾਂ, ਰੱਬ ਨਾਲ ਕਿਉਂ ਕਰਨਾ ਹੈ? ਰੱਬ ਤੇ ਉਦਾਂ ਹੀ ਸਭ ਕੁਝ ਦੇ ਰਿਹਾ, ਰੱਬ ਤੇ ਬਿਨਾਂ ਮੰਗਣ ਤੋਂ ਹੀ ਦੇ ਰਿਹਾ। ਉਹਨੂੰ ਇਦਾਂ ਕਹਿਣ ਦੀ ਕੀ ਲੋੜ ਹੈ? ਰੱਬ ਨੇ ਕਿਤੇ ਨਹੀਂ ਕਿਹਾ ਨੰਗੇ ਪੈਰੀ ਆਓਗੇ ਤਾਂ ਤੁਹਾਨੂੰ ਮੈਂ ਦੇਵਾਂਗਾ। ਕਿਸੇ ਗੁਰਬਾਣੀ 'ਚ ਕਿਸੇ ਧਰਮ ਗ੍ਰੰਥ ਲਿਖਿਆ ਕਿ ਨੰਗੇ ਪੈਰੀ ਆਓ ਰੱਬ ਤਾਂ ਖੁਸ਼ ਹੋਏਗਾ? ਇਹ ਮੇਰੇ ਵਰਗੇ ਲੋਕਾਂ ਨੇ ਜਿਨ੍ਹਾਂ ਨੇ ਵਪਾਰ ਨਹੀਂ ਚਲਾਉਣਾ, ਉਹਨਾਂ ਨੇ ਕੰਮ ਚਲਾਇਆ ਹੋਇਆ ਕਿ ਨੰਗੇ ਪੈਰੀ 11 ਦਿਨ ਚੱਲ ਜਾਓ ਫਲਾਣੇ ਥਾਂ ਤੇ, 31 ਦਿਨ ਫਲਾਣੇ ਥਾਂ ਤੇ ਚੱਲ ਜਾਓ, ਇੰਨੇ ਪਾਠ ਕਰ ਲਓ। ਇਹ ਇੱਕ ਵਪਾਰ ਹੈ। ਜਿੱਥੇ ਪਿਆਰ ਹੁੰਦਾ ਉੱਥੇ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ। ਜਿੱਥੇ ਪਿਆਰ ਹੁੰਦਾ ਉੱਥੇ ਕੋਈ ਇਹ ਨਹੀਂ ਹੁੰਦਾ ਮੈਂ ਇਹ ਕਰਾਂਗਾ ਤੇ ਇਹ ਦੇ ਦਿਓ। ਉੱਥੇ ਕੰਡੀਸ਼ਨ ਨਹੀਂ ਹੁੰਦੀ, ਇਹਨੂੰ ਕਹਿੰਦੇ ਕੰਡੀਸ਼ਨ। ਅਸੀਂ ਪ੍ਰਮਾਤਮਾ ਨੂੰ ਕੰਡੀਸ਼ਨਾਂ ਲਾਉਂਦੇ, ਇੰਨੇ ਦਿਨ ਕਰਾਂਗੇ ਇਹ ਦੇ ਦਿਓ, ਪ੍ਰਮਾਤਮਾ ਜੀ ਇਹ ਦਿਓਗੇ ਤੇ ਇਹ ਕਰਾਂਗੇ, ਇਹ ਪਾਠ ਕਰਾਵਾਂਗੇ ਅਸੀਂ, ਤੁਸੀਂ ਇਹ ਦਿਓਗੇ। ਇਹ ਹੈ ਕੰਡੀਸ਼ਨ। ਪ੍ਰਮਾਤਮਾ ਨੂੰ ਕੰਡੀਸ਼ਨਾਂ ਦੇ ਨਾਲ ਨਹੀਂ ਅਸੀਂ ਮਨਾ ਸਕਦੇ। ਅਸੀਂ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਮੁੱਲ ਕੀ ਪਾ ਸਕਦੇ? 11 ਦਿਨ 31 ਦਿਨ ਇਹ ਨੰਗੇ ਪੈਰੀ ਚੱਲਣਾ ਕੋਈ ਮੁੱਲ ਹੈ ਪ੍ਰਮਾਤਮਾ ਦੀਆਂ ਦਾਤਾਂ ਦਾ? ਅਸੀਂ ਨੂੰ ਜ਼ਿੰਦਗੀ ਚਾਹੀਦੀ ਸੀ। ਜ਼ਿੰਦਗੀ ਕਿੰਨੀ ਅਮੋਲ ਹੈ, ਤੇ ਜ਼ਿੰਦਗੀ ਪ੍ਰਾਪਤ ਕਰਨ ਲਈ ਕਿੰਨੇ ਦਿਨ ਨੰਗੇ ਪੈਰੀ ਗਏ ਸਾਂ ਕਿਤੇ ਜੀ ਆਪਾਂ, ਜਾਂ ਕਿੰਨੇ ਦਿਨ ਅਸੀਂ ਭੁੱਖੇ ਰਹੇ ਸਾਂ? ਅਸੀਂ ਤੇ ਕੁਝ ਵੀ ਨਹੀਂ ਕੀਤਾ। ਇਹ ਤੇ ਵਾਹਿਗੁਰੂ ਜੀ ਨੇ ਬੜਾ ਤਰਸ ਕੀਤਾ ਸਾਡੇ ਤੇ, ਰਹਿਮਤ ਕੀਤੀ, ਸਾਨੂੰ ਮਨੁੱਖਾ ਦੇਹੀ ਦੇ ਕੇ ਇੱਥੇ ਭੇਜਿਆ ਇੰਨੇ ਮਹਾਨ ਬਣਾ ਕੇ, ਪਰ ਮਨੁੱਖ ਮਹਾਨ ਬਣ ਨਹੀਂ ਸਕਿਆ। ਇਹ ਦੂਜੇ ਬੰਨੇ ਤੁਰਿਆ ਫਿਰਦਾ, ਫਿਰ ਇਹ ਰੱਬ ਦੇ ਨਾਲ ਵੀ ਵਪਾਰ ਕਰੀ ਜਾਂਦਾ। ਜਿਵੇਂ ਨਹੀਂ ਮੰਡੀ 'ਚ ਜਾ ਕੇ ਆਪਾਂ ਸੌਦਾ ਕਰਦੇ, ਰੱਬ ਨਾਲ ਵੀ ਸੌਦੇਬਾਜ਼ੀ ਕਰੀ ਜਾਂਦਾ। ਔਰ ਇੱਥੇ ਹੀ ਬਸ ਨਹੀਂ, ਜਿਵੇਂ ਮੰਡੀਆਂ 'ਚ ਦਲਾਲ ਹੁੰਦੇ ਨੇ, ਮਾਫ ਕਰਨਾ, ਧਰਮ ਦੀ ਦੁਨੀਆ 'ਚ ਬੜੇ ਦਲਾਲ ਪੈਦਾ ਹੋ ਗਏ। ਧਰਮ ਦੀ ਦੁਨੀਆ 'ਚ ਦਲਾਲ ਪੈਦਾ ਹੋ ਗਏ। ਇਹ ਤੁਹਾਨੂੰ ਦੱਸਾਂਗੇ, ਇਹ ਮਿਲ ਜਾਏਗਾ, ਮੇਰੇ ਕੋਲ ਆਓ, ਇਹ ਕਰੋ, ਮੇਰੇ ਅਨੁਸਾਰ ਕਰੋ। ਇਹ ਦਲਾਲੀ ਹੈ। ਗੁਰਬਾਣੀ ਨੇ ਸਾਰੀ ਮਨੁੱਖਤਾ ਨੂੰ ਉਪਦੇਸ਼ ਦਿੱਤਾ, ਸਮੁੱਚੀ ਮਨੁੱਖਤਾ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਪਰਮਾਤਮਾ ਨੂੰ ਚੇਤੇ ਕਰੋਗੇ, ਜੇ ਸਿਮਰਤ ਸਗਲਾ ਦੁੱਖ ਜਾਏ, ਪਰਮਾਤਮਾ ਨੂੰ ਚੇਤੇ ਕਰੋਗੇ ਸਾਰੇ ਹੀ ਦੁੱਖ ਮਿਟ ਜਾਣਗੇ। ਸੂਰਜ ਦੇ ਸਾਹਮਣੇ ਆਓਗੇ, ਹਨੇਰਾ ਆਪੇ ਭੱਜ ਜਾਏਗਾ, ਹਨੇਰੇ ਨੂੰ ਭਜਾਉਣਾ ਨਹੀਂ ਪਏਗਾ। ਪਰਮਾਤਮਾ ਕਿਉਂਕਿ ਆਨੰਦ ਸਰੂਪ ਹੈ, ਤੇਰੇ ਘਰ ਆਨੰਦ ਵਧਾਈ ਤੁਧ ਕਰ। ਪਰਮਾਤਮਾ ਦੇ ਸਨਮੁਖ ਆ ਜਾਓਗੇ, ਦੁੱਖ ਆਪੇ ਭੱਜ ਜਾਣਗੇ, ਦੁੱਖ ਨੇੜੇ ਹੀ ਨਹੀਂ ਰਹਿਣਗੇ। ਦੁੱਖ ਕੀ, ਕੋਈ ਦੁੱਖਾਂ ਵਾਲੀ ਚੀਜ਼ ਹੀ ਤੁਹਾਡੇ ਨੇੜੇ ਨਹੀਂ ਰਹੇਗੀ। ਸਾਹਿਬ ਜੀ ਕਹਿੰਦੇ ਨੇ, ਪਰਮਾਤਮਾ ਨੂੰ ਚੇਤੇ ਕੀਤੇ ਸਗਲੇ ਦੁੱਖ ਆਪਣੇ ਆਪ ਭੱਜ ਜਾਂਦੇ ਨੇ। ਸਰਬ ਸੁਖ ਵਸੈ ਮਨ ਆਏ। ਜਦੋਂ ਦੁੱਖ ਭੱਜ ਗਏ ਤੇ ਬਾਕੀ ਕੀ ਰਹਿ ਜਾਏਗਾ? ਜਾਂ ਐਵੇਂ ਕਹਿ ਲਓ, ਹਨੇਰਾ ਭੱਜ ਗਿਆ ਤੇ ਬਾਕੀ ਕੀ ਰਹੇਗਾ? ਚਾਨਣ ਹੀ ਰਹੇਗਾ ਨਾ। ਦੁੱਖ ਭੱਜ ਗਏ ਤੇ ਬਾਕੀ ਕੀ ਰਹੇਗਾ? ਸੁੱਖ ਰਹੇਗਾ। ਸਾਰੇ ਸੁੱਖ ਤੁਹਾਡੇ ਅੰਦਰ ਆ ਕੇ ਵਸ ਜਾਣਗੇ। ਉੱਠਦਿਆਂ ਬੈਠਦਿਆਂ ਫਿਰ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ। ਫਿਰ ਸੋਏ ਅਚਿੰਤਾ ਜਾਗ ਅਚਿੰਤਾ। ਬੰਦਾ ਸੌਂਦਿਆਂ ਜਾਗਦਿਆਂ ਐਨ ਬੇਫਿਕਰ ਰਹਿੰਦਾ, ਕੋਈ ਚਿੰਤਾ ਹੀ ਨਹੀਂ ਰਹਿੰਦੀ। ਹੁਣ ਤੇ ਸਾਨੂੰ ਸੌਣ ਲੱਗਿਆ ਵੀ ਮਨ ਕਿਤੇ ਭਟਕਦਾ, ਕਿਤੇ ਭਟਕਦਾ। ਗੁਰਬਾਣੀ ਕਹਿੰਦੀ ਜੇ ਪ੍ਰਮਾਤਮਾ ਨੂੰ ਚੇਤੇ ਰੱਖੋਗੇ, ਸਾਰੇ ਸੁੱਖ ਤੁਹਾਡੇ
ਅੰਦਰ ਆ ਕੇ ਵਸ ਜਾਣਗੇ, ਘਰ ਚ ਆ ਕੇ ਵਸ ਜਾਣਗੇ। ਪਰ ਤਾਂ ਸਿਮਰ ਮਨਾ ਤੂੰ ਸਾਚਾ ਸੋਏ। ਉਹ ਮਨਾ ਉਸ ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਨੂੰ ਸਦਾ ਚੇਤੇ ਕਰ, ਸਦਾ ਯਾਦ ਕਰ। ਸਤਿਗੁਰੂ ਜੀ ਨੇ ਫਿਰ ਬਚਨ ਕਹੇ, ਹਾਲਤ ਪਲਤ ਤੁਮਰੀ ਗਤ ਹੋਏ। ਬੰਦਿਆ ਲੋਕ ਪਰਲੋਕ ਵਿੱਚ ਤੇਰੀ ਉੱਚੀ ਅਵਸਥਾ ਬਣ ਜਾਏਗੀ। ਰਹਾਉ ਪੁਰਖ ਨਿਰੰਜਨ ਸਿਰਜਨਹਾਰ। ਉਹ ਵਾਹਿਗੁਰੂ ਜੀ ਜਿਹੜਾ ਵਿਆਪਕ ਹੈ, ਸਾਰੇ ਪੁਰਖ। ਨਿਰੰਜਨ ਜਿਹੜਾ ਮਾਇਆ ਦੀ ਕਾਲਖ ਤੋਂ ਅਸਰ ਤੋਂ ਰਹਿਤ ਹੈ, ਜਿਹੜਾ ਪ੍ਰਮਾਤਮਾ ਸਾਰੇ ਜਗਤ ਨੂੰ ਸਿਰਜਣ ਵਾਲਾ ਹੈ। ਜੀ ਜੰਤ ਦੇਵੇ ਆਹਾਰ, ਜਿਹੜਾ ਪ੍ਰਮਾਤਮਾ ਸਾਰੇ ਜੀਆਂ ਨੂੰ, ਸਾਰੇ ਜਨਤਾ ਨੂੰ ਰੁਜ਼ਗਾਰ ਦਿੰਦਾ, ਰੋਟੀ ਦਿੰਦਾ, ਜਿਹੜਾ ਸਾਰਿਆਂ ਦੀ ਸੰਭਾਲ ਕਰਦਾ। ਸ਼ੈਲ ਪੱਥਰ ਮੈਂ ਜੰਤ ਉਪਾਏ ਤਾਂ ਕਰ ਰਿਜਕ ਆਗੇ ਕਰ ਤਰਿਆ। ਉਹ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਆਹਾਰ ਦਿੰਦਾ। ਕੋਟ ਖਤੇ ਖਿਨ ਬਖਸ਼ਣਹਾਰ। ਕਰੋੜਾਂ ਖਤੇ ਮੈਨਾਂ ਸਾਡੀਆਂ ਭੁੱਲਾਂ, ਜਿਹਨੂੰ ਆਪਾਂ ਕਹਿ ਸਕਦੇ ਗਲਤੀਆਂ। ਪਰਮਾਤਮਾ ਸਾਡੀਆਂ ਭੁੱਲਾਂ ਇੱਕ ਖਿਨ ਵਿੱਚ ਬਖਸ਼ਣ ਦੇ ਸਮਰੱਥ ਹੈ। ਜਿੰਨੀਆਂ ਅਸੀਂ ਗਲਤੀਆਂ ਕਰਦੇ ਹਾਂ ਨਾ, ਸਾਨੂੰ ਤਾਂ ਪਤਾ ਹੀ ਨਹੀਂ ਹੈ, ਜਾਂ ਅਸੀਂ ਲੁਕਾ ਕੇ ਰੱਖਦੇ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ। ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ। ਪਰਮਾਤਮਾ ਸਾਡੇ ਕਰੋੜਾਂ ਅਪਰਾਧ ਮੁਆਫ ਕਰਦਾ, ਕਰੋੜਾਂ, ਇੱਕ ਅੱਧਾ ਨਹੀਂ, ਕਰੋੜਾਂ। ਤੇ ਬੰਦਾ ਬੜੇ ਨਾ ਕਹੇ ਜੀ ਮੈਂ ਅੱਜ ਤੱਕ ਗਲਤੀ ਕੋਈ ਨਹੀਂ ਕੀਤੀ ਜੀ, ਮੈਂ ਤੇ ਬੜਾ ਚੰਗਾ, ਮੈਂ ਸੱਚ ਬੋਲਦਾ। ਬੰਦਾ ਆਪਣੇ ਪ੍ਰਤੀ ਇਮਾਨਦਾਰ ਨਹੀਂ ਹੁੰਦਾ, ਦੂਜਿਆਂ ਪ੍ਰਤੀ ਕੀ ਹੋਣਾ? ਸੱਚ ਜਾਣਨਾ। ਜਿਹੜਾ ਬੰਦਾ ਆਪਣੇ ਪ੍ਰਤੀ ਇਮਾਨਦਾਰ ਹੋ ਜਾਏ, ਉਹਨੂੰ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਨਹੀਂ ਆਉਂਦੀ। ਆਪਣੇ ਪ੍ਰਤੀ ਇਮਾਨਦਾਰੀ ਕੀ ਹੈ ਕਿ ਮੈਨੂੰ ਵਾਹਿਗੁਰੂ ਜੀ ਨੇ ਸਰੀਰ ਦਿੱਤਾ, ਇਹਨੂੰ ਮੈਂ ਸੰਭਾਲਣਾ ਕਿਵੇਂ ਹੈ, ਮੈਂ ਖਾਣਾ ਕੀ ਹੈ, ਮੈਂ ਸੋਚਣਾ ਕੀ ਹੈ, ਮੈਂ ਕਰਨਾ ਕੀ। ਇਹ ਆਪਣੇ ਪ੍ਰਤੀ ਇਮਾਨਦਾਰੀ। ਤੇ ਆਪਣੇ ਪ੍ਰਤੀ ਜੇ ਅਸੀਂ ਇਮਾਨਦਾਰ ਹੋਈਏ ਤੇ ਸਾਡੀ ਤੇ ਸਰੀਰ 'ਚ ਰੋਗ ਹੀ ਕਦੀ ਨਾ ਆਏ। ਫਿਰ ਤੇ ਡਾਕਟਰ ਦੀਆਂ ਦੁਕਾਨਾਂ ਹੀ ਬੰਦ ਹੋ ਜਾਣ। ਅਸੀਂ ਸਰੀਰ 'ਚ ਰੋਗ ਆਉਂਦਾ ਹੀ ਉਦੋਂ ਜਦੋਂ ਅਸੀਂ ਸਰੀਰ ਦੇ ਪ੍ਰਤੀ ਇਮਾਨਦਾਰ ਨਹੀਂ ਹੁੰਦੇ, ਜ਼ਿੰਮੇਵਾਰ ਨਹੀਂ ਹੁੰਦੇ। ਖਾਣਾ ਪੀਣਾ ਸਾਡੀ ਜ਼ਿੰਦਗੀ 'ਚ ਇਮਾਨਦਾਰੀ ਦਾ ਅਰਥ, ਭਾਵ ਕਿ ਅਸੀਂ ਕਿੰਨਾ ਖਾਣਾ, ਕੀ ਖਾਣਾ, ਕਦੋਂ ਖਾਣਾ, ਇਹਦਾ ਸਾਨੂੰ ਪਤਾ ਨਹੀਂ ਹੁੰਦਾ। ਜਦੋਂ ਸਤਿਗੁਰੂ ਜੀ ਕਹਿੰਦੇ ਜਿਹੜਾ ਬੰਦਾ ਉਸ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਏ। ਦੇਖੋ ਵਾਹਿਗੁਰੂ ਜੀ ਸਾਰੇ ਜੀਆਂ ਨੂੰ, ਜਨਤਾ ਨੂੰ ਆਹਾਰ ਦਿੰਦਾ ਹੈ, ਰੁਜ਼ਗਾਰ ਦਿੰਦਾ ਹੈ, ਰੋਟੀ ਦਿੰਦਾ ਹੈ। ਕੋਟ ਖਤੇ ਖਿਨ ਬਖਸ਼ਣਹਾਰ। ਕਰੋੜਾਂ ਸਾਡੀਆਂ ਗਲਤੀਆਂ ਵਾਹਿਗੁਰੂ ਜੀ ਮਾਫ ਕਰਦੇ ਨੇ, ਅਨੇਕ ਤਰੀਕੇ ਨਾਲ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ। ਭਗਤ ਭਾਏ ਸਦਾ ਨਿਸਤਾਰ। ਅਸੀਂ ਉਸ ਵਾਹਿਗੁਰੂ ਜੀ ਦੀ ਭਾਉ ਭਗਤੀ ਵਿੱਚ ਜੁੜਾਂਗੇ ਨਾ, ਪ੍ਰੇਮਾ ਭਗਤੀ 'ਚ, ਤਾਂ ਹੀ ਸਾਡਾ ਪਾਰ ਉਤਾਰਾ ਹੋਣਾ ਹੈ। ਸਦਾ ਹਮੇਸ਼ਾ ਦੇ ਲਈ ਇੱਕ ਕਾਨੂੰਨ ਹੈ ਵਾਹਿਗੁਰੂ ਜੀ ਦਾ, ਪਰਮਾਤਮਾ ਦਾ ਇੱਕ ਨਿਯਮ ਹੈ ਕਿ ਜੇ ਆਪਾਂ ਸੁੱਖ ਚਾਹੁੰਦੇ ਹਾਂ ਤੇ ਕੇਵਲ ਭਾਉ ਭਗਤ। ਗੁਰਬਾਣੀ ਇਹ ਗੱਲ ਕਹਿੰਦੀ, ਭਾਏ ਭਗਤ ਕਰ ਨੀਸ ਤਾਏ ਤਾਂ ਨਾਨਕ ਤੋ ਮੋਖੰਤਰ ਪਾਏ। ਮੋਖੰਤਰ ਦਾ ਅਰਥ ਹੈ ਕਿ ਮੁਕਤੀ ਦਾ ਦਰਵਾਜ਼ਾ। ਜਦੋਂ ਅਸੀਂ ਭਾਉ ਭਗਤੀ ਵਿੱਚ ਜੁੜਾਂਗੇ, ਭਾਉ ਮੇਰਾ ਪਿਆਰ, ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ। ਗੁਰਮਤਿ ਨੇ ਕਿਤੇ ਨਹੀਂ ਕਿਹਾ ਕਿ ਹੱਠ ਦੇ ਨਾਲ ਤੁਸੀਂ ਚੱਲੋ, ਇੰਨੇ ਦਿਨ ਭੁੱਖੇ ਰਹੋ, ਇੰਨੇ ਦਿਨ। ਇਹ ਹੱਠ ਹੈ। ਪਰਮਾਤਮਾ ਦੇ ਨਾਲ ਹੱਠ ਨਹੀਂ ਚੱਲਦਾ, ਪਰਮਾਤਮਾ ਦੇ ਨਾਲ ਪਿਆਰ ਚੱਲਦਾ ਹੈ। ਗੁਰਬਾਣੀ ਇਹ ਗੱਲ ਕਹਿੰਦੀ ਹੈ, ਮਨ ਹੱਠ ਕਿਨੇ ਨਾ ਪਾਇਓ, ਸਾਕਰ ਥੱਕੇ ਕਰਮ ਕਮਾਏ। ਮਨ ਦੇ ਹੱਠ ਨਾਲ ਅੱਜ ਤੱਕ ਕਿਸੇ ਨੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ। ਕਲਗੀਧਰ ਪਾਤਸ਼ਾਹ ਜੀ ਨੇ ਕਿੰਨੀ ਕਲੀਅਰ, ਕਿੰਨੀ ਸਾਫ਼ ਗੱਲ ਕੀ ਹੈ। ਕਹਾਂ ਪੇ ਹੋ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਕੀ ਹੋ ਜਾਊਗਾ ਜੇ ਅੱਖਾਂ ਮੀਟ ਕੇ ਬਗਲੇ ਵਾਂਗੂ ਬੈਠ ਜਾਓਗੇ ਤਾਂ ਕੀ ਹੋ ਜਾਏਗਾ? बड़ी वड्डी गल है। कहाँ पे हो जो दो लोचन मूंद के बैठ रहे हो, बक ध्यान लगाओ। नहात पे हो लिए सात समुद्रन। कोई बंदा एक सरोवर ते नहीं, एक दरिया ते नहीं, 7 समुद्रां ते नहा ले जी मैं इना इशनान किया। की हो जाएगा जे कर लेगा ना? लोक गए हो पर लोक गवायो। वह बंदे ने अपना लोक भी बिगाड़ लिया ते परलोक भी बिगाड़ लिया। 7 समुद्रां ते नहा के अखा मीट के लोक भी बिगाड़ लिया, परलोक भी बिगाड़ लिया। बास क्यों बख्यान सो बैठ के ऐसे ही ऐसे सो बैस बितायो। कोई सारी जिंदगी जंगलों च बैठा रहे कि मैं जी दुनियादारी तो की लैना, मैं बेईमानी ना करना, कि हेरा फेरी किसी का दिल ना दुख, मैं बाहर ही बैठा रहा। सतगुरु जी कहने की हो जाएगा? कलगीधर पातशाह जी कहने साच कहूँ सुन लिहो सबै जिन प्रेम कियो तिन ही प्रभ पायो। ये गल सच सुन लो, परमात्मा नूं प्यार करो बस। कोई घर छड्डण दी लोड़ नहीं, कोई शरीर नूं कष्ट देण दी लोड़ नहीं, नंगे पैरीं चलण दी लोड़ नहीं, भुखियां रहण दी लोड़ नहीं है, शरीर दे उपर कष्ट झल्लण दी लोड़ नहीं है, तीर्थां ते भटकण दी लोड़ नहीं है। वाहिगुरू नूं प्यार करो। प्यार दर सवेरे उठदे ही वाहिगुरू जी दा धन्नवाद करो कि वाहिगुरू शुक्र है तुहाडा।
ਕੰਮਕਾਰ ਤੇ ਜਾਂਦੇ ਆ, ਵਾਹਿਗੁਰੂ ਜੀ ਨੂੰ ਚੇਤੇ ਰੱਖੋ। ਜਿਹਦੇ ਨਾਲ ਪਿਆਰ ਹੋਏ ਨਾ, ਦੇਖੋ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ ਤੇ ਮਾਂ ਆਪਣੇ ਪੁੱਤ ਨੂੰ ਹਮੇਸ਼ਾ ਹੀ ਚੇਤੇ ਹੀ ਰੱਖਦੀ ਹੈ। ਕਦੇ ਭੁੱਲਦਾ ਮਾਂ ਨੂੰ ਆਪਣਾ ਪੁੱਤਰ, ਪਿਓ ਨੂੰ ਆਪਣਾ ਪੁੱਤਰ, ਜਾਂ ਪੁੱਤਰ ਨੂੰ ਮਾਂ ਪਿਓ ਕਦੀ ਭੁੱਲਦੇ ਨੇ? ਤੇ ਮਾਂ ਕਦੀ ਮਾਲਾ ਲੈ ਕੇ ਤਾਂ ਨਹੀਂ ਚੇਤੇ ਕਰਦੀ ਕਿ ਮੈਂ ਹੁਣ ਬੈਠ ਜਾਓ ਜੀ ਪਰ ਆਪਣੇ ਪੁੱਤਰ ਨੂੰ ਯਾਦ ਕਰਨਾ ਘੜੀ? ਏਦਾਂ ਕਰਦੀ ਹੈ ਮਾਂ ਕਦੀ? ਮਾਂ ਦੀ ਤਾਂ ਸੁਰਤ 'ਚ ਵਸਿਆ ਹੋਇਆ ਪੁੱਤਰ, ਉਹਨੂੰ ਤੇ ਪਤਾ ਉਹਦਾ ਪੁੱਤਰ ਕਿਵੇਂ ਰਹਿ ਰਿਹਾ, ਦੂਰ ਰਹਿੰਦਿਆਂ ਵੀ ਉਹਨੂੰ ਪਤਾ ਕਿ ਪੁੱਤਰ ਕਿਵੇਂ ਰਹਿ ਰਿਹਾ। ਇਹੋ ਜਿਹਾ ਪਿਆਰ ਪ੍ਰਮਾਤਮਾ ਦੇ ਨਾਲ ਕਰੀਏ, ਕਰੀਏ ਜੋ ਮਰਜੀ, ਹਾਥ ਪਾਉ ਕਰ ਕਾਮ ਸਭ ਕੰਮ ਕਰੀਏ, ਕਿਰਤ ਕਰੀਏ, ਖਾਈਏ ਪੀਏ, ਜ਼ਿੰਦਗੀ ਜੀਈਏ, ਪਰਿਵਾਰ 'ਚ ਰਹੀਏ, ਪਰ ਚੀਤ ਨਿਰੰਜਨ ਨਾਲ ਆਪਣੀ ਸੁਰਤ ਵਾਹਿਗੁਰੂ ਜੀ ਵਾਲੇ ਬੰਨੇ ਲਗਾ ਲਈਏ। ਸੁਰਤ ਵਾਹਿਗੁਰੂ ਜੀ ਬੰਨੇ ਲੱਗ ਸਕੇ ਜਾਂ ਹਮੇਸ਼ਾ ਲੱਗੀ ਰਹੇ, ਉਹਦੇ ਲਈ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਕਿ ਰੋਜ਼ ਵਾਹਿਗੁਰੂ ਜੀ ਨੂੰ ਚੇਤੇ ਕਰੋ, ਰੋਜ਼ ਗੁਰੂ ਕੀ ਬਾਣੀ ਪੜੋ, ਰੋਜ਼ ਸਤ ਸੰਗਤ ਨਾਲ ਪਿਆਰ ਪਾਓ। ਤੁਸੀਂ ਤੰਦਰੁਸਤ ਰਹਿਣਾ ਹੈ, ਤੰਦਰੁਸਤ ਰਹਿਣ ਦੇ ਲਈ ਰੋਜ਼ ਰੋਟੀ ਪਾਣੀ ਖਾਣਾ ਪੈਂਦਾ ਹੈ ਨਾ। ਤੰਦਰੁਸਤ ਰਹਿਣ ਦੇ ਲਈ ਰੋਜ਼ ਕੋਈ ਨਾ ਕੋਈ ਸਾਨੂੰ ਐਕਟੀਵਿਟੀ ਕਰਨੀ ਪੈਂਦੀ ਹੈ, ਐਕਸਰਸਾਈਜ਼ ਕਰਨੀ ਪੈਂਦੀ ਹੈ, ਸਰੀਰ ਦਾ ਧਿਆਨ ਰੱਖਣਾ ਪੈਂਦਾ ਹੈ, ਇਸ਼ਨਾਨ ਕਰਨਾ ਪੈਂਦਾ ਹੈ। ਤੰਦਰੁਸਤ ਰਹਿਣ ਲਈ ਹੈ ਨਾ ਸਭ ਕੁਝ, ਕਿ ਸਾਡੀ ਤੰਦਰੁਸਤੀ ਕਾਇਮ ਰਹੇ। ਜੇ ਆਪਾਂ ਮਨ ਦੀ ਤੰਦਰੁਸਤੀ ਚਾਹੁੰਦੇ ਕਿ ਮਨ ਸਦਾ ਖੁਸ਼ ਰਹੇ, ਤੰਦਰੁਸਤ ਮਨ ਖੁਸ਼ ਹੁੰਦਾ ਹੈ। ਜਿਵੇਂ ਤੰਦਰੁਸਤ ਸਰੀਰ ਰੋਗਾਂ ਤੋਂ ਰਹਿਤ ਹੁੰਦਾ ਹੈ, ਤੰਦਰੁਸਤ ਮਨ ਜਿਹੜਾ ਹੈ ਉਹ ਚਿੰਤਾਵਾਂ ਤੋਂ, ਦੁੱਖਾਂ ਤੋਂ, ਰੋਗਾਂ ਤੋਂ ਰਹਿਤ ਹੁੰਦਾ ਹੈ। ਤੇ ਤੰਦਰੁਸਤ ਸਾਡਾ ਮਨ ਰਹੇ, ਉਹਦੇ ਲਈ ਸਾਨੂੰ ਰੋਜ਼ ਐਕਸਰਸਾਈਜ਼ ਕਰਨੀ ਪੈਣੀ ਹੈ। ਸਵੇਰੇ ਉੱਠ ਕੇ ਵਾਹਿਗੁਰੂ ਜੀ ਦੇ ਪਿਆਰ ਜੁੜੋ, ਸਤ ਸੰਗਤ ਵਿੱਚ ਆ ਕੇ ਜੁੜਨ ਦਾ ਅਭਿਆਸ ਕਰੋ, ਫਿਰ ਗੁਰੂ ਕੀ ਬਾਣੀ ਰਾਹੀਂ ਉਸ ਵਾਹਿਗੁਰੂ ਜੀ ਦੇ ਪਿਆਰ ਜੁੜੋ। ਕਿਰਤ ਵਿਰਤ ਕਰਦੇ ਆ ਵਾਹਿਗੁਰੂ ਜੀ ਦਾ, ਆਨੇ ਬਹਾਨੇ ਧੰਨਵਾਦ ਹੀ ਕਰੀ ਜਾਓ, ਸ਼ੁਕਰ ਹੈ ਵਾਹਿਗੁਰੂ ਜੀ, ਧੰਨਵਾਦ ਹੈ। ਇਹ ਐਕਸਰਸਾਈਜ਼ ਹੈ ਛੋਟੀ ਛੋਟੀ, ਇਹ ਤੰਦਰੁਸਤ ਰਹਿਣ ਲਈ ਹੈ ਕਿ ਸਾਡਾ ਮਨ ਤੰਦਰੁਸਤ ਰਹੇ, ਚਿੰਤਾਵਾਂ ਤੋਂ ਬਚਿਆ ਰਹੇ, ਦੁੱਖਾਂ ਤੋਂ ਬਚਿਆ ਰਹੇ। ਇਹ ਜ਼ਰੂਰੀ ਹੈ, ਹਰ ਮਨੁੱਖ ਲਈ ਜ਼ਰੂਰੀ। ਨਹੀਂ ਕਰਾਂਗੇ, ਜਿਵੇਂ ਸਰੀਰ ਦੀ ਖੁਰਾਕ ਵੇਲੇ ਸਿਰ ਨਹੀਂ ਖਾਵਾਂਗੇ, ਚੰਗੀ ਨਹੀਂ ਖਾਵਾਂਗੇ, ਕੀ ਹੋਏਗਾ? ਸਰੀਰ 'ਚ ਰੋਗ ਆਉਣਗੇ ਆਉਣਗੇ। ਜੇ ਅਸੀਂ ਮਨ ਨੂੰ ਚੰਗੀ ਖੁਰਾਕ ਨਹੀਂ ਦੇਵਾਂਗੇ, ਮਨ ਦਾ ਧਿਆਨ ਨਹੀਂ ਰੱਖਾਂਗੇ, ਮਨ ਦੀ ਐਕਸਰਸਾਈਜ਼ ਚੰਗੀ ਨਹੀਂ ਕਰਾਂਗੇ, ਤੇ ਮਨ ਤੇ ਰੋਗੀ ਹੋਏਗਾ, ਚਿੰਤਾ ਆਏਗੀ, ਕ੍ਰੋਧ ਆਏਗਾ। ਇਹ ਸਭ ਰੋਗ ਸਾਡੇ ਨੇ, ਸਾਡੇ ਮਨ ਨੂੰ ਗਲਤ ਖੁਰਾਕ ਦੇਣ ਕਰਕੇ ਆਏ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਰੋਜ਼ ਪ੍ਰਮਾਤਮਾ ਨੂੰ ਚੇਤੇ ਰੱਖਿਆ ਕਰੋ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਪ੍ਰਮਾਤਮਾ ਦੇਖੋ ਕਿੰਨਾ ਵੱਡਾ ਹੈ, ਸਾਚਾ ਧਨ ਸਾਚੀ ਵਡਿਆਈ। ਵਾਹਿਗੁਰੂ ਜੀ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਤੇ ਵਾਹਿਗੁਰੂ ਜੀ ਦੀ ਵਡਿਆਈ ਹੀ ਸੱਚਾ ਧਨ ਹੈ। ਆ ਦੁਨੀਆ ਦੀ ਹੋਰ ਧਨ ਗੁਜਰਾਨ ਹੈ, ਸਾਡੀ ਆਉਂਦੀ ਜਾਂਦੀ ਰਹਿੰਦੀ ਹੈ, ਇਹਦੀ ਵੀ ਲੋੜ ਹੈ, ਪਰ ਇਹ ਸੱਚੀ ਨਹੀਂ ਹੈ। ਇਹ ਤੇ ਦੇਖੋ ਨਾ, ਕੋਲ ਪੈਸੇ ਪਏ ਨੇ, ਬੰਦਾ ਰੋਗੀ ਹੋ ਜਾਏ ਕਿ ਫਿਰ ਪੈਸੇ ਕੰਮ ਹੀ ਨਹੀਂ ਹੁੰਦੇ। ਡਾਕਟਰ ਕਹਿੰਦੇ ਇੱਥੇ ਪੈਸੇ ਥੋੜ੍ਹਾ ਕੰਮ ਆਉਣੇ ਹੁਣ, ਇਹ ਤੇ ਹੁਣ ਤੰਦਰੁਸਤੀ ਚਲੀ ਗਈ, ਇੱਥੇ ਪੈਸੇ ਕੰਮ ਨਹੀਂ ਆਉਣੇ ਪਈ, ਇਹ ਤੇ ਵਾਹਿਗੁਰੂ ਜੀ ਦੇ ਹੱਥ ਹੀ ਹੈ। ਹੁਣ ਬੰਦਾ ਚੜ੍ਹਾਈ ਕਰ ਗਿਆ, ਪੈਸੇ ਬੜੇ ਨੇ ਉਹਦੇ ਅਕਾਊਂਟ 'ਚ ਪਏ, ਉਹਦੀ ਬੜੀ ਤਗੜੀ ਜਾਇਦਾਦ ਹੈ, ਉਹਦੇ ਬੜੇ ਕੀ ਕਰਨਗੇ ਉੱਥੇ? ਉੱਥੇ ਚਲਿਆ ਗਿਆ, ਹੁਣ ਉੱਥੇ ਕੰਮ ਹੀ ਨਹੀਂ ਹੋਣੀਆਂ ਚੀਜ਼ਾਂ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਕਿਹਦੇ ਨਾਲ ਪਿਆਰ ਪਾਓਗੇ ਤੇ ਸਭ ਕੁਝ ਚਲੇ ਜਾਣ ਵਾਲਾ, ਇਹ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਸਦਾ ਕਾਇਮ ਰਹਿਣ ਵਾਲੀ ਵਾਹਿਗੁਰੂ ਜੀ ਦੀ ਸਿਫਤ ਸਲਾਹ ਹੈ। ਸਾਚਾ ਧਨ ਸਾਚੀ ਵਡਿਆਈ, ਵਾਹਿਗੁਰੂ ਜੀ ਦੀ ਵਡਿਆਈ ਸੱਚੀ ਹੈ। ਗੁਰ ਪੂਰੇ ਤੇ ਨਿਹਚਲ ਮਤ ਪਾਈ। ਹੁਣ ਸਾਡਾ ਮਨ ਸਦਾ ਵਾਹਿਗੁਰੂ ਜੀ ਦੀ ਵਡਿਆਈ ਕਰਦਾ ਰਹੇ, ਮਤ ਸਾਡੀ ਵਾਹਿਗੁਰੂ ਜੀ ਵਾਲੇ ਬੰਨੇ ਲੱਗੀ ਰਹੇ, ਇਹ ਦਾਤ ਤੇ ਸਾਨੂੰ ਗੁਰੂ ਪਾਸ ਮਿਲੇਗੀ। ਦੇਖੋ ਨਾ, ਜੇ ਤੁਸੀਂ ਆਪਣੀ ਮਤ ਨੂੰ ਟਿਕਾਇਆ ਨਾ, ਤੇ ਮਨ ਜਿਹੜਾ ਬੜਾ ਚੰਚਲ ਹੈ, ਮਨ ਪਤਾ ਨਹੀਂ ਕਿਹੜੇ ਵੇਲੇ ਵੱਡੇ ਵੱਡੇ ਤਪਸਵੀਆਂ ਦਾ ਤਿਲਕੇ ਜਿਹੜਾ ਬੇਈਮਾਨ ਬਣ ਜਾਂਦਾ। ਵੱਡੇ ਵੱਡੇ ਤੁਸੀਂ ਤਪੀਸਰਾਂ ਦਾ ਇਤਿਹਾਸ ਪੜ੍ਹ ਲਓ, ਦੁਨੀਆਦਾਰੀ ਤੋਂ ਲਾਂਭੇ ਨੇ, ਕਦੀ ਉਹਨਾਂ ਨੇ ਦੁਨਿਆਵੀ ਧਨ ਨੂੰ ਹੱਥ ਨਹੀਂ ਲਾਇਆ, ਕੰਮ ਨੂੰ ਹੱਥ ਨਹੀਂ ਲਾਇਆ, ਕਦੀ ਉਹਨਾਂ ਨੇ ਕਿਸੇ ਇਸਤਰੀ ਪੁਰਖ ਦਾ ਮੱਥਾ ਨਹੀਂ ਟੇਕਿਆ ਦੇਖਿਆ, ਜੰਗਲਾਂ 'ਚ ਰਹਿ ਕੇ ਘਾਹ ਮੂਲ ਖਾ ਕੇ, ਕੰਧ ਮੂਲ ਖਾ ਕੇ ਜ਼ਿੰਦਗੀ ਬਤੀਤ ਕਰ ਦਿੱਤੀ। ਪਰ ਜਦੋਂ ਤਿਲਕਣ ਲੱਗੇ ਨਾ, ਤਿਲਕਣ ਲੱਗੇ, ਇੱਕ ਛਿੰਨ ਦੇ ਵਿੱਚ ਤਿਲਕ ਜਾਂਦੇ ਨੇ। ਮਨ ਦਾ ਕੋਈ ਪਤਾ ਹੈ, ਮਨ ਤੇ ਬੜਾ ਚੰਚਲ ਹੈ। ਇਸ ਮਨ ਨੂੰ ਜੇ ਤੁਸੀਂ ਟਿਕਾਉਣਾ ਹੈ, ਇਸ ਮਨ ਨੂੰ ਜੇ ਤੁਸੀਂ ਉੱਚੀ ਅਵਸਥਾ 'ਚ ਰੱਖਣਾ ਹੈ, ਜਿਹੜੀ ਚੀਜ਼ ਉੱਚੀ ਗਈ ਹੈ ਉਹਦੇ ਡਿੱਗਣ ਦਾ ਹਮੇਸ਼ਾ ਖਤਰਾ ਬਣਿਆ ਰਹੇਗਾ। ਜਿਹੜੀ ਚੀਜ਼ ਉੱਚੀ ਗਈ ਹੈ ਉਹਦੇ ਡਿੱਗਣ ਦਾ ਹਮੇਸ਼ਾ ਖਤਰਾ ਬਣਿਆ ਰਹੇਗਾ। ਉਹ ਉੱਚੀ ਹੀ ਰਹੇ, ਉਹਨੂੰ ਕੋਈ ਮਜ਼ਬੂਤ ਆਸਰਾ ਦੇਣਾ ਪਏਗਾ। ਮਜ਼ਬੂਤ ਆਸਰਾ ਸਭ ਤੋਂ ਵੱਡਾ ਕੀ ਹੈ? ਜੋ ਮੰਦਰ ਕਹੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥਮਨ। ਸਤਿਗੁਰੂ ਜੀ ਕਹਿੰਦੇ ਗੁਰੂ ਪਾਸੋਂ ਤੁਸੀਂ ਇੱਕ ਨਿਸ਼ਚਲ ਮਤ ਲੈ ਲਓ, ਨਿਸ਼ਚਲ ਮਤ ਸਦਾ ਕਾਇਮ ਰਹਿਣ ਵਾਲਾ। ਦੁਨੀਆ ਦੀ ਕੋਈ ਮਤ ਨਿਸ਼ਚਲ ਨਹੀਂ ਹੈ।
सतगुरु जी ने जो सानू मत दिती वो निश्चल है। इस करके सतगुरु सच्चे पातशाह जी ने कहा है कि नानक बद्धा घर तहां जिथे मिरत ना जन्म जरा। गुरु ने सानू ओ घर दिता है, निज कर महल पाओ सुख सहजे बौर न होए गो फेरा। गुरु सानू उस घर च, उस अवस्था च, उस अस्थान ते पहुंचा दिंदा है जिथे जाके डिगण का खतरा ही कोई नहीं रहिंदा, जिथे जाके आ दुनियावी कोई विकार साडे ते भारू ही नहीं हो सकता, जिथे जाके ते जम दूत भी मनुख दे कोलों डरन लग पैंदा। वो मत जिहड़ी है वो गुरु पासों मिलनी है। सानू वार वार क्या बंदा जिन्ना मर्जी पढ़िया होए, जिन्ना मर्जी डिग्रियां वाला होए, जिन्ना मर्जी धर्म ग्रंथां नूं पढ़न वाला होए, जिन्ना मर्जी दान पुन करन वाला होए, जिन्ना मर्जी दुनियावी तीर्थां ते जाण वाला होए, पर सतगुरु जी कहंदे तू सब कुछ करदे जे नियाणा ही है, तेरी मत नहीं उच्ची उठी। मत नूं उच्चे उठाने गुर की मत तू ले ये आने, गुरु की मत लै। सतगुरु जी कहने पूरे गुरु पासों जिन्हां ने निश्चल मत लै लई, कर कृपा जिस राखण हारा। वाहिगुरु जी मेहर करके जिस मनुख दा रखवाला बन जाता है, जिहदी रखिया करता है, तांका सगल मिटे अंधियारा। ओहदी जिंदगी चों हनेरा ही मुक जाता है, उन्होंने पूर्ण तौर पर चानण हो जाता है। देखो असी भावें बाहरी तौर पर सूरज चढ़ गया है, उवें भी आपां लाइटां दा बड़ा प्रबंध किया होया है, पर अंदरों असी हनेरे च हुंदे हां, अज्ञानता च हुंदे हां। सब तो खतरनाक चीज़ जिहड़ी है वो मन का हनेरा है। धन गुरु नानक साहब जी महाराज जिस वेले तुरन लगे ना तलवंडी तो, राय बुलार ने एक गल कही, नानक जी आ हनेरा तो माड़ा है बाहरला, पर मैनू लगता सब तो माड़ा हनेरा मन दा है, अज्ञानता। अज्ञानता देखो कितनी परवल है। अज्ञानता मनुख जिहड़ा ना श्रेष्ठ है, मनुख नूं 84 लाख जूना च उत्तम किया। सारे धर्मां दे विच मनुखा जिंदगी की बड़ी वडियाई है। हुण जिहड़े लोग पशुआं नूं मत्थे टेकदे ने उन्हां नूं तुसीं की कहोगे? होवे मनुख मत्था पशुआं नूं टेके, होवे मनुख मत्था पत्थरां नूं टेके, होवे मनुख पूजा उस सप्पां दी करी जाए, होवे मनुख वो थां ते मिट्टी दीयां ढेरियां कबरां नूं जाके मत्थे टेकी जाए। इहनूं की कहांगे? अज्ञानता। ज्ञानहीन अज्ञान पूजा, अंध वरतावा भाव दूजा। ज्ञान तो हीना बंदा अज्ञानता की पूजा कर रहे है, ज्ञान तो हीना बंदा अन्ना है, अन्ना। अंध वरतावा वो हनेरे च वरत रहा है, अन्ना है। भाव दूजा, ਉਹਦੇ मन च फिर दूजा भाव लग जाता है, एक परमात्मा तो बिना होर किसी बन्ने चलिया जाता है। जिंदगी च हमेशा जे वाहिगुरु जी दे प्यार जोड़ना है तो ਉਹਦੇ ਲਈ अंदर चानन चाहिए, अंदर सोझी चाहिए है। वो सोझी गुरु का शब्द देवेगा। गुरबाणी मनुख नूं ज्ञान अंदी माफ करना। गुरबाणी तुसीं पढ़दे बहुत ही वडभागी, जिहड़ा जिद्दां भी पढ़े बहुत वडभागी है, पर बाणी पढ़दे गल चेते रखियो, कत मता ये सोचो मैं इन्हें पाठ कर लांगे मेरी आ मंग पूरी हो जाएगी, इन्हें कर लांगे आ मंग पूरी हो जाएगी। वाहिगुरु तो बिना मंगण तो तुहानूं दे रहे है। पाठ करोगे तुसी ज्ञानवान होवोगे, ज्ञानवान होगे तुसी अपने आप नूं राजे महसूस करोगे, गिणतियां मिणतियां च पाओगे तुसी मंगते बनते जाओगे, गिणतियां मिणतियां च मंगते बनते जावांगे। आपां असी राजे हाँ, राजे बनना है। गुरबाणी सानू सगल सृष्टि दा राज देना चाहती है। गुरबाणी कहती बंदिया तू परमात्मा का बच्चा है, कहो कबीर ये राम की अंश। गुरबाणी सानू वो रुतबा देना चाहती जो एक बच्चे का पिता के प्रति रुतबा हुंदा है, ते बच्चा तो अपने पिता दी सारियां चीज़ों के वारस बन जाता है। बच्चा लायक बच्चा, जो कुछ पिता दा है वो बच्चे दा है। गुरबाणी सानू वाहिगुरु जी के बच्चे बनाना चाहती, ज्ञान देना चाहती कि असीं बच्चे बन जाइए वाहिगुरु जी के लायक बच्चे। जदों बन गए तो फिर सानू मंगना पेगा कुछ, भला सब कुछ ही साडा है। इस करके असीं गिणतियां मिणतियां च पैण दी बजाय उस वाहिगुरु जी के प्यार पाठ करिए, वारंवार करिए, बेअंत वारी करिए, गुरु की बाणी पढ़िए, वाहिगुरु जी का सिमरन करिए, गुरु घर आइए, पर केवल वाहिगुरु जी के प्यार विच जुड़न दे लई, कोई कंडीशनां लगाउण दे लई। मनुख रब दे नाल संघर्ष कर रहा। संघर्ष एक हुंदा समर्पण, एक हुंदा संघर्ष। संघर्ष की है, दे दो आ करांगे, ऐ दिता तुसीं ऐ करांगे, ये है संघर्ष। रब दे नाल ना वाद करना, संघर्ष करना। गुरबाणी कहती वाहिगुरु जी दे अगे आके अर्पण कर दियो मेरा, मुझ में किछ नहीं, जो किछ है सो तेरा, तेरा तुझको सौंपते क्या लागे मेरा। वाहिगुरु जी जो तुसीं दोगे आपां प्राप्त करांगे। प्रगास जिस मनुख दे अंदर हर वेले प्रगास रहिंदा है,
ਉਹ ਤਾਂ ਹਮੇਸ਼ਾ ਹੀ ਵਾਹਿਗੁਰੂ ਜੀ ਦੀਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਰਹਿੰਦਾ। ਦੇਖੋ ਇਹ ਹਨੇਰਾ ਹੈ ਨਾ ਸਾਡੇ 'ਚ, ਹਨੇਰੇ ਕਰਕੇ ਸਾਡੀ ਹਾਲਤ ਪਤਾ ਕਿ 10 ਵਸਤੂ ਲੈ ਪਾਛੇ ਪਾਵੇ, ਇੱਕ ਬਸਤ ਕਾਰਨ ਵਿਖੋਟ ਗਵਾਵੇ। ਇੱਕ ਨੌਜਵਾਨ ਖੜਾ ਹੈ ਪਹਾੜੀ ਤੇ, ਹੇਠਾਂ ਦਰਿਆ ਵਗ ਰਿਹਾ। ਇੱਕ ਮਹਾਂਪੁਰਖ ਨੇ ਦੇਖਿਆ ਬੱਚਾ ਲੱਗਦਾ ਕਿਤੇ ਡੇਗੀ ਨਾ ਪਏ ਦਰਿਆ 'ਚ, ਜਿਸ ਅਵਸਥਾ 'ਚ ਖੜਾ ਲੱਗਦਾ ਏ ਖੁਦਕਸ਼ੀ ਕਰਨ ਲੱਗਾ। ਮਹਾਂਪੁਰਖ ਨੇ ਸਹਿਜ ਨਾ ਮਗਰੋਂ ਜਾ ਕੇ ਉਹਨੂੰ ਨਾ ਜੱਫੀ ਪਾ ਕੇ ਪਿੱਛੋਂ ਛੁੱਟਿਆ। ਉਹ ਕੀ ਕਰਨ ਲੱਗਾ? ਕਹਿਣ ਲੱਗਾ ਮਰਨ ਲੱਗਾ। ਹੋਰ ਕੀ ਕਰਨ ਲੱਗਾ? ਕਹਿਣ ਲੱਗਾ ਮਰਨ ਲੱਗਾ। ਕਾਰਨ? ਕਹਿਣ ਲੱਗਾ ਕਾਰਨ ਕੀ ਹੈ? ਮਰਨ ਲੱਗਾ। ਰੱਬ ਨੇ ਮੈਨੂੰ ਦਿੱਤਾ ਕੀ ਹੈ ਜ਼ਿੰਦਗੀ? ਗਰੀਬੀ ਦਿੱਤੀ ਹੈ, ਦੁੱਖ ਦਿੱਤੇ, ਮੈਂ ਜ਼ਿੰਦਗੀ ਤੋਂ ਨਾਰਾਜ਼ ਹੋ ਕੇ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ। ਅਗਿਆਨਤਾ ਕਿੱਡੀ ਵੱਡੀ ਹੈ ਮਨੁੱਖ ਦੀ। ਮਹਾਂਪੁਰਖ ਕਹਿਣ ਲੱਗੇ ਤੈਨੂੰ ਕੀ ਨਹੀਂ ਦਿੱਤਾ? ਤੈਨੂੰ ਸਭ ਕੁਝ ਦਿੱਤਾ, ਜ਼ਿੰਦਗੀ ਦਿੱਤੀ ਹੈ। ਕਹਿਣ ਲੱਗਾ ਮੈਨੂੰ ਕੁਝ ਨਹੀਂ ਦਿੱਤਾ, ਗਰੀਬੀ ਦਿੱਤੀ, ਦਲਿੱਦਰ ਦਿੱਤਾ, ਦੁੱਖ ਦਿੱਤੇ, ਪਰੇਸ਼ਾਨੀਆਂ ਦਿੱਤੀਆਂ। ਮਹਾਂਪੁਰਖ ਕਹਿਣ ਲੱਗੇ ਤੂੰ ਪੈਸੇ ਨੂੰ ਹੀ ਕਹਿਣਾ ਹੈ ਵੀ ਪੈਸਾ ਨਹੀਂ? ਹਾਂ ਬਿਲਕੁਲ ਕਹਿੰਦਾ ਪੈਸਾ ਨਹੀਂ ਮੇਰੇ ਕੋਲ। ਤੇ ਉਹ ਸੰਤ ਜੀ ਬੜੇ ਰੱਬ ਦੇ ਪਿਆਰੇ ਸਨ। ਕਹਿਣ ਲੱਗੇ ਠੀਕ ਹੈ ਤੈਨੂੰ ਪੈਸਾ ਚਾਹੀਦਾ, ਇੱਕ ਬਾਂਹ ਵੱਢ ਕੇ ਦੇ ਦੇ, 50,000 ਰੁਪਈਆ ਲੈ ਲਾ। ਕਹਿਣ ਲੱਗਾ ਬਾਂਹ ਵੱਢ ਕੇ ਦੇ ਦੇ? ਤੂੰ ਲੱਗਦਾ ਪਾਗਲੀ ਹੈ ਕੋਈ, ਬਾਂਹ ਵੱਢ ਕੇ 50,000 ਰੁਪਈਆ? ਕਹਿੰਦੇ ਦੂਜੀ ਦੇ ਦੇ, ਇੱਕ ਹੋਰ 50,000 ਲੈ ਲਾ। ਆਪਣੀ ਇੱਕ ਅੱਖ ਕੱਢ ਕੇ ਦੇ ਦੇ, ਲੱਖ ਰੁਪਈਆ ਲੈ ਲਾ ਮੇਰੇ ਕੋਲੋਂ, ਦੂਜੀ ਅੱਖ ਦੇ ਦੇ। ਉਹ ਕਹਿਣ ਲੱਗਾ ਤੂੰ ਪਾਗਲ ਹੈ ਬੰਦਾ, ਲੱਗਦਾ ਭੰਗ ਪੀ ਪੀ ਕੇ ਤੇਰਾ ਦਿਮਾਗ ਖੁਸ਼ਕ ਹੋ ਗਿਆ। ਇਹ ਅੱਖਾਂ ਕਿਤੇ 50,000 ਨਾਲ ਮਿਲਦੀਆਂ ਨੇ, ਮੁੱਲ ਮਿਲਦੀਆਂ ਨੇ, ਇਹ ਹੱਥ ਕਿਤੇ ਮੁੱਲ ਮਿਲਦੇ ਨੇ ਕਿਤੇ। ਤੇ ਸੰਤ ਜੀ ਕਹਿਣਗੇ ਤੂੰ ਕਹਿੰਦਾ ਮੈਨੂੰ ਦਿੱਤਾ ਹੀ ਕੁਝ ਨਹੀਂ ਹੈ। ਤੈਨੂੰ ਤੇ ਉਹ ਕੁਝ ਦਿੱਤਾ ਹੈ ਜਿਹਦਾ ਮੁੱਲ ਹੀ ਕੋਈ ਨਹੀਂ ਹੈ। ਤੈਨੂੰ ਤੇ ਇੰਨਾ ਕੁਝ ਦਿੱਤਾ ਹੈ ਜਿਹਦੀ ਕੀਮਤ ਜਾਂ ਗਿਣਤੀ ਕੋਈ ਨਹੀਂ ਹੈ। ਇਹ ਅਗਿਆਨਤਾ ਹੈ ਮਨੁੱਖ ਦੀ ਕਿ ਮੇਰੇ ਕੋਲ ਕੁਝ ਨਹੀਂ ਹੈ। ਮਨੁੱਖ ਸਗਲ ਸ੍ਰਿਸ਼ਟ ਦਾ ਰਾਜਾ ਹੈ। ਸਿਰਫ ਮਨੁੱਖ ਨੂੰ ਗਿਆਨ ਦੀ ਲੋੜ ਹੈ। ਧਰਮ ਗਿਆਨ ਦਿੰਦਾ ਹੈ। ਧਰਮ ਹੈ ਹੀ ਉੱਥੇ ਜਿੱਥੇ ਗਿਆਨ ਹੈ। ਜਿੱਥੇ ਗਿਣਤੀਆਂ ਮਿਣਤੀਆਂ ਹੋਣ, ਨੰਗੇ ਪੈਰੀ ਚੱਲਣ ਦੀ ਗੱਲ ਹੋਏ, ਜਿੱਥੇ ਬੰਦਾ ਕਿ ਇੰਨੇ ਤੀਰਥਾਂ ਤੇ ਨਹਾ ਲਾਂਗਾ, ਇੰਨੇ ਪਾਠ ਕਰ ਲਾਂਗਾ, ਉੱਥੇ ਧਰਮ ਨਹੀਂ ਮਾਫ ਕਰਨਾ। ਪਾਠ ਕਰਨਾ ਧਰਮ ਨੂੰ ਜਾਣਨ ਦੇ ਲਈ, ਗੁਰੂ ਘਰ ਆਉਣਾ ਧਰਮ ਸਥਾਨ ਤੇ ਜਾਣਾ ਧਰਮ ਨੂੰ ਜਾਣਨ ਦੇ ਲਈ। ਪਰ ਅਸੀਂ ਆਉਣ ਨੂੰ ਹੀ ਆਪਾਂ, ਬੱਚਾ ਦੇਖੋ ਨਾ ਸਕੂਲ ਜਾਂਦਾ ਹੈ, ਉਹ ਸਕੂਲ ਗੇੜੀਆਂ ਗਿਣੀ ਜਾਏ, ਮੈਂ ਇੰਨੀ ਵਾਰੀ ਚਲ ਗਿਆ ਜੀ ਮੈਂ ਹੁਣ ਡਾਕਟਰ ਬਣ ਜਾਗਾ, ਬਣ ਜਾਏਗਾ ਕੋਈ? ਗੇੜੀਆਂ ਮਾਰਿਆ ਡਾਕਟਰ ਨਹੀਂ ਬਣਨਾ। ਕੇਵਲ ਸਕੂਲੇ ਬੈਠਿਆਂ ਡਾਕਟਰ ਨਹੀਂ ਬਣਨਾ। ਕੇਵਲ ਸਕੂਲ ਦੀਆਂ ਪ੍ਰਕਰਮਾਂ ਕੀਤੀਆਂ ਡਾਕਟਰ ਨਹੀਂ ਬਣਨਾ। ਉਹ ਤੇ ਪੜ੍ਹੇਗਾ, ਸਮਝੇਗਾ, ਉਹਦੀ ਸੁਰਤ ਦੇ ਲੈਵਲ ਉੱਚਾ ਉੱਠੇਗਾ ਤਾਂ ਡਾਕਟਰ ਬਣੇਗਾ। ਤੇ ਅਸੀਂ ਤੇ ਗੇੜੀਆਂ ਲਾ ਕੇ ਬ੍ਰਹਮ ਗਿਆਨੀ ਬਣਨਾ ਚਾਹੁੰਦੇ ਹਾਂ। ਅਸੀਂ ਤੇ ਸੋਚਦੇ ਹਾਂ ਕਿ ਨਾਤਿਆਂ ਹੀ ਬ੍ਰਹਮ ਗਿਆਨੀ ਬਣ ਜਾ, ਉੱਥੇ ਨਾ ਗਏ ਤੇ ਅਸੀਂ ਧਾਰਮਿਕ ਨਹੀਂ ਬਣਾਂਗੇ। ਧਰਮ ਹੈ ਜ਼ਿੰਦਗੀ 'ਚ ਗਿਆਨ ਪ੍ਰਾਪਤ ਕਰਨਾ। ਜਹਾਂ ਗਿਆਨ ਤੈਂ ਧਰਮ ਹੈ। ਜੇ ਗਿਆਨ ਨਹੀਂ ਹੈ ਤੇ ਬੰਦਾ ਜੋ ਕੁਝ ਮਰਜ਼ੀ ਕਰੀ ਜਾਏ। ਗੁਰਬਾਣੀ ਨੇ ਕਿਹਾ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ। ਇੱਕ ਅੱਧੀ ਨਹੀਂ, ਲੱਖ ਨੇਕੀਆਂ ਕਰੀ ਜਾ ਤੂੰ, ਲੱਖਾਂ ਪੁੰਨ ਕਰਨਾ। ਲੱਖ ਤਪ ਉੱਪਰ ਤੀਰਥਾਂ ਸਹਿ ਜੋਗ ਬਵਾਨ। ਲੱਖਾਂ ਤੀਰਥਾਂ ਤੇ ਜਾ ਤੂੰ, 68 ਤੀਰਥਾਂ ਦੀ ਗੱਲ ਨਹੀਂ, ਲੱਖਾਂ ਹੀ ਤੀਰਥਾਂ ਤੇ ਜਾ। ਲੱਖਾਂ ਹੀ ਜੋਗੀਆਂ ਵਾਲੇ ਸਾਧਨ ਕਰ ਲੈ, ਲੱਖਾਂ ਹੀ ਤੂੰ ਪਾਠ ਕਰ ਲੈ, ਲੱਖਾਂ ਹੀ ਤੂੰ ਹੋਰ ਗਿਆਨ ਦੀਆਂ ਗੱਲਾਂ ਕਰ ਲੈ। ਨਾਨਕ ਲੇਖੇ ਇੱਕ ਗੱਲ, ਲੇਖੇ 'ਚ ਇੱਕੋ ਇੱਕ ਗੱਲ ਆਉਣੀ ਹੈ ਕਿ ਪ੍ਰਮਾਤਮਾ ਦੇ ਪਿਆਰ 'ਚ ਕਿੰਨਾ ਕੁ ਬੰਦਾ ਜੁੜਿਆ, ਅੰਦਰੋਂ ਗਿਆਨਵਾਨ ਕਿੰਨਾ ਕੁ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਮਨੁੱਖ ਨੇ ਵਾਹਿਗੁਰੂ ਜੀ ਨੂੰ ਪਿਆਰ ਨਾਲ ਚੇਤੇ ਕਰਨ ਲਈ ਗੁਰੂ ਦੇ ਪਾਸੋਂ ਨਿਸ਼ਚਲ ਮਤ ਲੈ ਲਈ, ਉਸ ਮਨੁੱਖ ਦੇ ਅੰਦਰੋਂ ਤੇ ਸਾਰਾ ਹੀ ਹਨੇਰਾ ਮਿਟ ਗਿਆ। ਉਹ ਤੇ ਫਿਰ ਪਤਾ ਜਿੱਧਰ ਦੇਖਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਉਹ ਮਨੁੱਖ ਜਿੱਥੇ ਵੀ ਚਲਿਆ ਜਾਏ, ਬਾਹਰੀ ਤੌਰ ਤੇ ਜਿਸ ਵੀ ਅਵਸਥਾ 'ਚ ਹੋਏ, ਉਹ ਕਹਿੰਦਾ ਜਹ ਜਾਈਏ ਤਹਾਂ ਸੁਹੇਲੇ। ਜਿੱਥੇ ਜਾਵਾਂਗੇ ਉੱਥੇ ਸੁਖੀ, ਉੱਠਦੇ ਆਂ ਬੈਠਦੇ ਆਂ ਸੁੱਤੇ ਆਂ ਜਾਗਦੇ ਆਂ ਸੁਖੀ ਰਹਿੰਦਾ ਹੈ। ਪਾਰ ਬ੍ਰਹਮ ਸਿਉ ਲਾਗੋ ਧਿਆਨ, ਉਹਦਾ ਹਮੇਸ਼ਾ ਹੀ ਵਾਹਿਗੁਰੂ ਜੀ ਵਾਲੇ ਬੰਨੇ ਧਿਆਨ ਰਹਿੰਦਾ, ਸੁਰਤ ਰਹਿੰਦੀ ਹੈ। ਪੂਰਨ ਪੂਰ ਰਹਿਓ ਨਿਰਵਾਨ। ਉਹ ਦੇਖਦਾ ਕਿ ਉਹ ਪ੍ਰਮਾਤਮਾ ਦੇ ਸਾਰੇ ਥਾਵਾਂ ਤੇ ਹੈ। ਉਹ ਤੇ ਹਮੇਸ਼ਾ ਹਰ ਮਨੁੱਖ ਅੰਦਰ ਹਰ ਥਾਂ ਤੇ ਹੈ, ਘਰ ਵੀ ਹੈ, ਬਾਹਰ ਵੀ ਹੈ, ਕੰਮ ਤੇ ਵੀ ਹੈ। ਉਹ ਤੇ ਜਿੱਥੇ ਜਾਵਾਂਗੇ ਉੱਥੇ ਸਾਡੇ ਨਾਲ ਹੈ। ਸਦਾ ਅੰਗ ਸੰਗੇ ਭੰਗੰ ਬੇਬੂਤੇ, ਭਰਮ ਪਉ ਮੇਟ ਮਿਲੇ ਗੋਪਾਲ। ਸਭ ਤੋਂ ਪਹਿਲਾਂ ਉਹਦੇ ਅੰਦਰੋਂ ਭਰਮ ਮਿਟਦਾ। ਗੁਰੂ ਕੀ ਹਜ਼ੂਰੀ 'ਚ ਆ ਕੇ ਗੁਰਬਾਣੀ ਸਾਡੇ ਭਰਮ ਕੱਟਦੀ ਹੈ। ਗੁਰਬਾਣੀ ਸਾਨੂੰ ਜ਼ਿੰਦਗੀ ਦਾ ਬੜਾ ਸਰਲ ਮਾਰਗ ਦਿੰਦੀ ਹੈ। ਅਸੀਂ ਬੜੇ ਭਰਮਾਂ 'ਚ, ਧਰਮ ਨੂੰ ਹੀ ਭਰਮ ਨੂੰ ਹੀ ਅਸੀਂ ਧਰਮ ਸਮਝੀ ਬੈਠੇ ਹਾਂ। ਜਦੋਂ ਗੁਰੂ ਕੀ ਬਾਣੀ ਕੋਈ ਪੜ੍ਹਦਾ ਹੈ, ਗੁਰੂ ਕੇ ਸ਼ਬਦ ਨਾਲ ਜੁੜਦਾ ਹੈ, ਗੁਰੂ ਕੀ ਮਤ ਪ੍ਰਾਪਤ ਕਰਦਾ ਹੈ, ਉਹਦੇ ਅੰਦਰੋਂ ਭਰਮ ਮਿਟਦਾ। ਜਿੱਥੇ ਭਰਮ ਹੋਏਗਾ ਉੱਥੇ ਭਉ ਰਹੇਗਾ। ਭਉ ਮੈਂ ਨਾ ਡਰ। ਡਰ ਕਾਹਦਾ? ਦੇਖੋ ਨਾ ਸਾਨੂੰ ਭਰਮ ਹੈ ਕਿਤੇ ਅਸੀਂ ਮਰ ਹੀ ਨਾ ਜਾਈਏ। ਅਸੀਂ ਜਿਉਂਦੇ ਹੀ ਨਹੀਂ ਤੇ ਅਸੀਂ ਮਰਨਾ ਕੀ ਹੈ? ਅਸੀਂ ਤੇ ਜਿਉਂਦੇ ਹੀ ਨਹੀਂ ਆ। ਅਸੀਂ ਸਰੀਰ ਦੇ ਤਿਆਗਣ ਨੂੰ ਮਰਨ ਗਿਣਦੇ, ਮਰਨ ਨਹੀਂ ਹੈ। ਮਰਨ ਤਾਂ ਅੰਦਰੋਂ ਜ਼ਮੀਰ ਇਨਸਾਨੀਅਤ ਮਰਨਾ, ਉੱਤੇ ਮਰੀ ਪਈ, ਹੋਰ ਮਰਨਾ ਕੀ ਆਪਾਂ? ਅਸੀਂ ਸਰੀਰ ਨੂੰ ਜ਼ਿੰਦਗੀ ਸਮਝ ਲਿਆ ਕਿ ਸਰੀਰ ਜ਼ਿੰਦਗੀ ਹੈ,
ਸਰੀਰ ਜ਼ਿੰਦਗੀ ਨਹੀਂ ਹੈ। ਸਰੀਰ ਜ਼ਿੰਦਗੀ ਨੂੰ ਮੰਨਣ ਲਈ ਇੱਕ ਸਾਧਨ ਸੀ, ਜ਼ਿੰਦਗੀ ਨੂੰ ਮੰਨਣ ਲਈ ਇੱਕ ਸਾਧਨ ਸੀ। ਜਿਵੇਂ ਆਪਾਂ ਸੜਕ ਤੇ ਚੱਲਦੇ ਹਾਂ, ਸੜਕ ਤਾਂ ਕਿਸੇ ਸ਼ਹਿਰ 'ਚ ਜਾਣ ਦਾ ਇੱਕ ਰਸਤਾ ਹੈ, ਉਹ ਸ਼ਹਿਰ ਨਹੀਂ ਹੈ। ਅਸੀਂ ਸੜਕ ਨੂੰ ਸ਼ਹਿਰ ਸਮਝ ਲਿਆ। ਸਰੀਰ ਇੱਕ ਮਾਰਗ ਹੈ, ਜ਼ਿੰਦਗੀ ਇੱਕ ਮਾਰਗ ਹੈ। ਸਾਡਾ ਜੀਵਨ ਤਾਂ ਇਸ ਸਰੀਰ ਵਿੱਚ ਰਹਿ ਕੇ ਉਦੋਂ ਬਣਨਾ ਹੈ ਜਦੋਂ ਆਪਾਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨਾਲ ਜੁੜਦੇ। ਅਸੀਂ ਸੋਚਿਆ ਬੜੀ ਵਧੀਆ ਜ਼ਿੰਦਗੀ, ਬੜਾ ਸੋਹਣਾ ਘਰ ਹੈ, ਧਨ ਦੌਲਤ ਹੈ, ਜੀਆ ਜੰਤ, ਬੜੀ ਵਧੀਆ ਜ਼ਿੰਦਗੀ ਹੈ, ਮੁਬਾਰਕ ਵਾਹਿਗੁਰੂ ਜੀ ਦੀਆਂ ਦਾਤਾਂ। ਪਰ ਜ਼ਿੰਦਗੀ ਤੇ ਉਹ ਹੈ ਜਿੱਥੇ ਜਾ ਕੇ ਬੰਦੇ ਨੂੰ ਡਰ ਕੋਈ ਨਾ ਹੋਏ, ਚਿੰਤਾ ਹੀ ਕੋਈ ਨਾ ਹੋਏ, ਫਿਕਰ ਹੀ ਕੋਈ ਨਾ ਹੋਏ। ਸਤਿਗੁਰੂ ਜੀ ਕਹਿੰਦੇ ਹੋਇਆ ਕਿ ਭਰਮ ਪਉ ਮੇਟ ਮਿਲੇ ਗੋਪਾਲ। ਗੁਰੂ ਕੀ ਮਾਤਰੇ ਅੰਦਰੋਂ ਭਰਮ ਮਿਟ ਗਏ, ਤੇ ਭਰਮ ਮਿਟ ਗਏ, ਸਾਰੇ ਡਰ ਮਿਟ ਗਏ। ਰਾਤ ਦੇ ਹਨੇਰੇ 'ਚ ਭਰਮ ਪੈ ਗਿਆ, ਰੱਸੀ ਨੂੰ ਦੇਖ ਕੇ ਸੱਪ ਹੈ, ਡਰ ਗਏ ਅਸੀਂ। ਜਦੋਂ ਚਾਨਣ ਹੋਇਆ, ਭਰਮ ਕੱਟਿਆ ਗਿਆ ਹੋਏ ਤੇ ਐਵੇਂ ਰੱਸੀ ਸੀ, ਅਸੀਂ ਡਰ ਗਏ। ਭਰਮ ਹੀ ਸੀ, ਹਨੇਰੇ ਕਰਕੇ ਭਰਮ, ਭਰਮ ਕਰਕੇ ਡਰ, ਅਗਿਆਨਤਾ ਕਰਕੇ ਸਾਡੇ ਮਨ 'ਚ ਭਰਮ ਨੇ, ਤੇ ਉਹ ਭਰਮਾਂ ਕਰਕੇ ਸਾਡੇ ਅੰਦਰ ਡਰ ਹੈ। ਇਹ ਨਾ ਹੋ ਜੇ ਅਗਲੇ ਸਾਲ ਕੀ ਹੋਏਗਾ, ਇਹ ਕੀ ਹੋਏਗਾ, ਕਈ ਡਰ ਨੇ ਸਾਡੀ ਜ਼ਿੰਦਗੀ 'ਚ। ਜਦੋਂ ਭਰਮ ਤੇ ਭਉ ਮਿਟ ਗਏ, ਅਸੀਂ ਗੋਪਾਲ ਵਾਹਿਗੁਰੂ ਜੀ ਨੂੰ ਮਿਲ ਗਏ। ਫਿਰ ਨਾਨਕ ਕਉ ਗੁਰ ਭਏ ਦਿਆਲ। ਭਈ ਇਹ ਨਾਨਕ ਦੇ ਉੱਪਰ ਗੁਰੂ ਨੇ ਦਇਆ ਦ੍ਰਿਸ਼ਟੀ ਕੀਤੀ ਹੈ। ਗੁਰੂ ਨੇ ਭਰਮ ਕੱਟਿਆ, ਗੁਰੂ ਨੇ ਸਾਡੇ ਡਰ ਕੱਢ ਦਿੱਤੇ, ਗੁਰੂ ਨੇ ਸਾਨੂੰ ਗਿਆਨ ਦਿੱਤਾ। ਗੁਰੂ ਕੀ ਬਾਣੀ ਸਾਨੂੰ ਭਰਮਾਂ ਤੋਂ ਮੁਕਤ ਕਰਦੀ ਹੈ। ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਸਰਬੋਤਮ ਬਾਣੀ ਸਮੁੱਚੀ ਮਾਨਵਤਾ ਦਾ ਜੋ ਉਧਾਰ ਕਰਨ ਵਾਲੀ ਹੈ, ਅਸੀਂ ਤੇ ਉਹਨੂੰ ਵੀ ਭਰਮਾਂ 'ਚ ਹੀ ਪੜ੍ਹਦੇ ਹਾਂ। ਅਸੀਂ ਸੋਚਦੇ ਆਹ ਬਾਣੀ ਬੜੀ ਵਧੀਆ, ਇਹਨੂੰ ਪੜ੍ਹ ਲਓ। ਕਈ ਕਹਿਣਗੇ ਜੀ ਕੋਈ ਸ਼ਬਦ ਦੇ ਦਿਓ, ਕਿਹੜਾ ਸ਼ਬਦ ਪੜ੍ਹੀਏ, ਦੋ ਕੱਟੇ ਜਾਣਗੇ। ਭਰਮ ਹੈ, ਦੇਣ ਵਾਲੇ ਭਰਮਾਂ 'ਚ ਪਾ ਰਹੇ। ਮਾਫ ਕਰਨਾ, ਫਲਾਣੇ ਨੇ ਸਾਨੂੰ ਦਿੱਤਾ ਸੀ, ਜਿਹੜਾ ਸ਼ਬਦ ਦੇ ਦਿਓ ਬੜਾ ਵੱਡਾ ਮਹਾਨ ਪੁਰਖ ਬਣ ਜਾਂਦਾ ਸਾਡੀਆਂ ਨਜ਼ਰਾਂ 'ਚ। ਜਿਹੜਾ ਸਾਨੂੰ ਕਹਿਣਾ ਹੈ ਸ਼ਬਦ ਪੜ੍ਹਿਆ ਕਰੋ, ਮਹਾਨ ਬਣ ਜਾਂਦਾ ਹੈ। ਇਹ ਗੁਰਬਾਣੀ ਦਾ ਇੱਕ ਇੱਕ ਅੱਖਰ ਗਿਆਨ ਦਿੰਦਾ ਹੈ ਸਾਨੂੰ, ਇੱਕ ਇੱਕ ਅੱਖਰ ਦੇ ਵਿੱਚ ਜੀਵਨ ਭਰਿਆ ਪਿਆ। ਜਿਵੇਂ ਸ਼ਹਿਦ ਦੇ ਛੱਤੇ ਵਿੱਚ ਇੱਕ ਇੱਕ ਸੁਰਾਖ ਦੇ ਵਿੱਚ ਮਿਠਾਸ ਹੁੰਦੀ ਹੈ, ਗੁਰਬਾਣੀ ਦੇ ਇੱਕ ਇੱਕ ਅੱਖਰ ਅੰਦਰ ਜ਼ਿੰਦਗੀ ਭਰੀ ਹੈ। ਜਿੱਥੋਂ ਵੀ ਪੜ੍ਹੋਗੇ ਗੁਰਬਾਣੀ ਤੁਹਾਨੂੰ ਸੁੱਖ ਦੇਵੇਗੀ। ਇਹਨੂੰ ਪੜ੍ਹ ਲਓਗੇ, ਇਹਨੂੰ ਜ਼ਿੰਦਗੀ 'ਚ ਧਾਰਨ ਕਰ ਲਓਗੇ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ, ਉਧਾਰ ਹੋਏਗਾ। ਸਤਿਗੁਰੂ ਜੀ ਬਖਸ਼ਿਸ਼ ਕਰਨ। ਗੁਰੂ ਕੇ ਅੱਜ ਦੇ ਮੁੱਖ ਵਾਕ ਰਾਹੀਂ ਸਾਨੂੰ ਪ੍ਰੇਰਣਾ ਸੀ ਕਿ ਸਦਾ ਵਾਹਿਗੁਰੂ ਜੀ ਨੂੰ ਚੇਤੇ ਕਰਿਆ ਕਰੋ। ਹਾਲਤ ਪਲਤ ਵਿੱਚ ਸੁਖੀ ਹੋ ਜਾਓਗੇ, ਦੁੱਖ ਮਿਟ ਜਾਣਗੇ, ਸੁੱਖ ਸਾਰੇ ਤੁਹਾਡੇ ਘਰ 'ਚ ਆ ਜਾਣਗੇ। ਪਰ ਇਹ ਕਰਨ ਦੇ ਲਈ ਸਾਨੂੰ ਗੁਰੂ ਕੀ ਨਿਸ਼ਚਲ ਮਤ ਲੈਣੀ ਪਏਗੀ। ਜਦੋਂ ਗੁਰੂ ਕੀ ਮਤ ਆ ਗਈ, ਭਰਮ ਭਉ ਮਿਟਣਗੇ, ਹਮੇਸ਼ਾ ਹੀ ਅਸੀਂ ਚਾਨਣ 'ਚ ਰਵਾਂਗੇ, ਖੇੜੇ 'ਚ ਰਵਾਂਗੇ। ਨਾਨਕ ਭਗਤਾਂ ਸਦਾ ਵੇਗਾਸ, ਸੁਣਿਐ ਦੁਖ ਪਾਪ ਕਾ ਨਾਸ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਕਰ ਦੇਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ, ਆਪਣੇ ਦਰ ਘਰ ਦੀ ਪ੍ਰੀਤ ਨਾਮ ਬਾਣੀ ਦਾ ਪਿਆਰ ਬਖਸ਼ਣ ਜੀ। ਅਦ ਪਿਆਰ ਸਹਿਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।